हाँ जी, अपनी प्रीवियस क्लास ਦੇ ਵਿੱਚ ਆਪਾਂ ਸੋਲੂਸ਼ਨਸ ਟੂ ਬਾਉਂਡਰੀ ਵੈਲਿਊ ਪ੍ਰੋਬਲਮਸ ਵਾਲਾ ਟੌਪਿਕ ਕਵਰ ਕੀਤਾ ਸੀ। ਅੱਜ ਆਪਾਂ ਉਸ ਤੋਂ ਨੈਕਸਟ ਟੌਪਿਕ ਕੰਡਕਟਿੰਗ ਐਂਡ ਡਾਇਲੈਕਟ੍ਰਿਕ ਸਫੀਅਰ ਇਨ ਐਕਸਟਰਨਲ ਇਲੈਕਟ੍ਰਿਕ ਫੀਲਡ, ਮੈਗਨੈਟਿਕ ਫੀਲਡ ਐਂਡ ਮੈਗਨੈਟਿਕ ਫੋਰਸ ਔਨ ਅ ਸਟ੍ਰੇਟ ਕਰੰਟ ਕੈਰਿੰਗ ਕੰਡਕਟਰ ਵਾਲਾ ਟੌਪਿਕ ਹੈ ਜੋ ਉਹ ਕਵਰ ਕਰਾਂਗੇ। हाँ जी, अज अपना फर्स्ट टॉपिक है डायलैक्ट्रिक स्फीयर इन यूनीफॉर्म इलैक्ट्रिक फील्ड। अपने सिलेबस ਦੇ ਵਿੱਚ ਦੋ ਟੌਪਿਕਸ ਨੇਗੇ, ਇੱਕ डायलैक्ट्रिक स्फीयर इन यूनीफॉर्म इलैक्ट्रिक फील्ड, ਇੱਕ ਕੰਡਕਟਿੰਗ स्फीयर। ਤਾਂ ਪਹਿਲਾਂ ਆਪਾਂ डायलैक्ट्रिक स्फीयर ਡਿਸਕਸ ਕਰਦੇ ਹਾਂ। ਆਪਾਂ ਕੋਈ ਵੀ डायलैक्ट्रिक स्फीयर ਲੈਣੇ ਆ, ਉਸ ਨੂੰ ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਵਿੱਚ ਪਲੇਸ ਕਰਦੇ ਹਾਂ। ਇਹ ਆਪਣੇ ਕੋਲ ਕੋਈ ਵੀ स्फीयर ਹੈ, डायलैक्ट्रिक ਮਟੀਰੀਅਲ ਦਾ ਬਣਿਆ ਹੋਇਆ, ਇਹਨੂੰ ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਵਿੱਚ ਆਪਾਂ ਪਲੇਸ ਕਰਦੇ ਹਾਂ। ਇੱਧਰ ਆਪਣੇ ਕੋਲ ਨੈਗੇਟਿਵ ਚਾਰਜ ਹੋਏਗਾ, एक साइड पॉजिटिव चार्ज, एक साइड नेगेटिव चार्ज, ताही अपने को एक्सटर्नल इलैक्ट्रिक फील्ड बनेगा। तो अपने को सपोज इस साइड पॉजिटिव है, इस साइड नेगेटिव है, तो एक्सटर्नल इलैक्ट्रिक फील्ड पॉजिटिव टू नेगेटिव होएगा। ਆਪਾਂ ਉਸ ਦੇ ਵਿੱਚ ਇਸ डायलैक्ट्रिक स्फीयर ਨੂੰ प्लेस करता। ਤਾਂ ਸਭ ਤੋਂ ਪਹਿਲਾਂ ਤਾਂ ਦੇਖੋ, ਜਦੋਂ ਇਹ ਐਕਸਟਰਨਲ ਇਲੈਕਟ੍ਰਿਕ ਫੀਲਡ ਹੈ, ਇੱਧਰ ਪੋਜ਼ਿਟਿਵ ਇੱਧਰ ਨੈਗੇਟਿਵ, ਤਾਂ ਸਫੀਅਰ ਦੇ ਉੱਪਰ ਵੀ ਇੱਕ ਚਾਰਜ ਡਿਵੈਲਪ ਹੋ ਜਾਏਗਾ। जिस साइड पॉजिटिव चार्ज है उस साइड नेगेटिव चार्ज, ਤੇ जिस साइड नेगेटिव चार्ज है उस साइड स्फीयर ਦੇ ਅੰਦਰ पॉजिटिव चार्ज। ਤਾਂ ਹੁਣ ਜਦੋਂ ਇੱਥੇ ਚਾਰਜ ਡਿਵੈਲਪ ਹੋ ਗਿਆ, ਮਤਲਬ ਇਹ ਪੋਲਰਾਈਜ਼ ਹੋ ਗਿਆ ਤਾਂ ਇਹ ਇਲੈਕਟ੍ਰੀਕਲ ਪ੍ਰੋਪਰਟੀਜ਼ ਨੂੰ ਟਰਾਂਸਮਿਟ ਕਰੇਗਾ, ਮਤਲਬ ਇਸ ਦੇ ਵਿੱਚੋਂ ਫੀਲਡ ਲਾਈਨਸ ਨੇ ਜੋ ਉਹ ਪਾਸ ਕਰ ਜਾਣਗੀਆਂ। ਅਦਰਵਾਈਜ਼ ਤਾਂ ਇਹ ਇਨਸੂਲੇਟਿੰਗ ਹੈ, ਬਟ ਇਹਦੇ ਵਿੱਚ ਪੋਲਰਾਈਜ਼ੇਸ਼ਨ ਹੋਗੀ, ਇਲੈਕਟ੍ਰੀਕਲ ਪ੍ਰੋਪਰਟੀਜ਼ ਟਰਾਂਸਮਿਟ ਕਰੇਗਾ, ਤਾਂ ਹੀ ਇਹਦੇ ਵਿੱਚੋਂ ਇਲੈਕਟ੍ਰਿਕ ਫੀਲਡ ਲਾਈਨਸ ਕੀ ਕਰਨਗੀਆਂ, पास करनगियां। सपोज जो बाहर इलैक्ट्रिक फील्ड जो अपने कोल परमिटिविटी है, सपोज E0 ला लो, वैक्यूम है, इत्थे अपने कोल E2 है, इस मटीरियल दी है E1 ला लो। हुण ਇਹਦੀ परमिटिविटी जो है मटीरियल दी, ਉਹ ਆਪਾਂ अगर बाहर दी जो बाहर वाले मटीरियल ਦੀ परमिटिविटी है उस ਤੋਂ ਜ਼ਿਆਦਾ ਲੈਣੇ ਆ, ਤਾਂ ਜਦੋਂ ਵੀ ਇਲੈਕਟ੍ਰਿਕ ਫੀਲਡਸ ਲਾਈਨਸ ਇਹਦੇ ਕੋਲੋਂ ਪਾਸ ਹੁੰਦੀਆਂ ਨੇ ਤਾਂ ਇਹ ਉਹਨਾਂ ਨੂੰ ਆਪਣੇ ਵੱਲ ਅਟਰੈਕਟ ਕਰਦੇ ਆ। ਠੀਕ ਹੈ, ਇਸ ਤਰੀਕੇ ਨਾਲ ਪਾਸ ਹੋਣਗੇ ਇਸ ਦੇ ਵਿੱਚੋਂ ਇਲੈਕਟ੍ਰਿਕ ਫੀਲਡ ਲਾਈਨਸ। ਤਾਂ ਅਗਰ ਇਹਦੀ ਜੋ ਪਰਮਿਟਿਵਿਟੀ ਹੈ ਉਹ ਜ਼ਿਆਦਾ ਹੈ, ਅਗਰ ਘੱਟ ਹੋਵੇ ਇਸ ਮਟੀਰੀਅਲ ਦੀ ਤਾਂ ਇਹ ਰਿਪੈਲ ਕਰੂਗਾ ਇਲੈਕਟ੍ਰਿਕ ਫੀਲਡ ਲਾਈਨਸ ਨੂੰ। ਹੁਣ ਇੱਕ ਤਾਂ ਇਸ ਦੇ ਵਿੱਚੋਂ ਇਲੈਕਟ੍ਰਿਕ ਫੀਲਡ ਲਾਈਨਸ ਇਹ ਪਾਸ ਹੋ ਰਹੀਆਂ ਨੇ, ਇੱਕ ਇਹਦੇ ਅੰਦਰ ਜੋ ਇਲੈਕਟ੍ਰਿਕ ਫੀਲਡ ਜਨਰੇਟ ਹੋਏਗਾ ਉਹ ਪੋਜ਼ਿਟਿਵ ਟੂ ਨੈਗੇਟਿਵ ਹੋਏਗਾ। ਮਤਲਬ ਇਹ ਤਾਂ ਇਲੈਕਟ੍ਰਿਕ ਫੀਲਡ ਲਾਈਨਸ ਜੋ ਐਕਸਟਰਨਲ ਇਲੈਕਟ੍ਰਿਕ ਫੀਲਡ ਲਾਈਨਸ ਸੀ ਉਹ ਪਾਸ ਕਰ ਰਹੀਆਂ ਨੇ, ਬਟ ਇਹਦੇ ਅੰਦਰ ਵੀ ਤਾਂ ਇੱਕ ਇਲੈਕਟ੍ਰਿਕ ਫੀਲਡ ਸੈਟਅਪ ਹੋਏਗਾ, ਉਹਨੂੰ ਆਪਾਂ ਸਪੋਜ਼ EP ਦੇ ਨਾਲ ਡਿਨੋਟ ਕਰਦੇ ਹਾਂ। ਜੋ ਬਾਹਰ ਵਾਲਾ ਇਲੈਕਟ੍ਰਿਕ ਫੀਲਡ ਹੈ ਇਹਨੂੰ ਸਪੋਜ਼ E0 ਵੈਕਟਰ ਦੇ ਨਾਲ ਡਿਨੋਟ ਕਰਦੇ ਹਾਂ। ਤਾਂ ਜੋ ਆਪਣੇ ਕੋਲ ਨੈਟ ਇਲੈਕਟ੍ਰਿਕ ਫੀਲਡ ਹੋਏਗਾ ਇਨਸਾਈਡ, ਉਹੀ ਆਪਾਂ ਕੀ ਕਰਾਂਗੇ ਇਸ ਦੇ ਵਿੱਚ ਫਾਈਂਡ ਆਊਟ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਗਰ ਦੇਖੋ, ਆਪਾਂ ਇੱਕ ਡਾਇਲੈਕਟ੍ਰਿਕ ਸਫੀਅਰ ਨੂੰ ਪਲੇਸ ਕਰਦੇ ਹਾਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ E0 ਦੇ ਵਿੱਚ, ਤਾਂ ਉਹ ਯੂਨੀਫਾਰਮਲੀ ਪੋਲਰਾਈਜ਼ ਹੋ ਜਾਂਦਾ। ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਜੋ ਸਫੀਅਰ ਦੇ ਅੰਦਰ ਹੋਏਗੀ ਤੇ ਜੋ ਸਫੀਅਰ ਦੇ ਬਾਹਰ ਹੋਏਗੀ ਉਹ ਡਿਫਰੈਂਟ ਹੋਏਗੀ। ਤਾਂ ਸਪੋਜ਼ ਆਪਾਂ ਨੇ ਇਸ ਸਫੀਅਰ ਦੀ ਜੋ ਸਫੀਅਰ ਲਿਆ, ਇਹਦੀ ਰੇਡੀਅਸ ਸਪੋਜ਼ ਆਪਣੇ ਕੋਲ R ਲਈ ਹੈ ਤਾਂ ਆਪਾਂ ਫਾਈਂਡ ਆਊਟ ਕਰਦੇ ਹਾਂ ਇਲੈਕਟ੍ਰਿਕ ਫੀਲਡ ਇਨਸਾਈਡ ਦੀ ਸਫੀਅਰ, ਮੀਨਸ ਜਦੋਂ ਆਪਣੇ ਕੋਲ R ਦੀ ਵੈਲਿਊ R ਤੋਂ ਮਤਲਬ ਕਿਸੇ ਵੀ ਅੰਦਰ ਪੁਆਇੰਟ ਤੇ, ਇੱਥੇ ਕਿਸੇ ਵੀ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਫਾਈਂਡ ਕਰਨੀ ਹੈ ਜਿਸ ਦੀ ਡਿਸਟੈਂਸ ਕੈਪੀਟਲ R ਤੋਂ ਕੀ ਹੈ, ਘੱਟ ਹੈ। ਤਾਂ ਦੇਖੋ ਆਪਣੇ ਕੋਲ ਜੋ ਇਨਸਾਈਡ ਇਲੈਕਟ੍ਰਿਕ ਫੀਲਡ ਹੋਏਗਾ ਉਹ ਦੋ ਇਲੈਕਟ੍ਰਿਕ ਫੀਲਡਸ ਦੇ ਇਫੈਕਟ ਤੋਂ ਬਣਿਆ ਹੋਇਆ। ਇੱਕ ਤਾਂ ਜੋ ਆਊਟਸਾਈਡ ਇਲੈਕਟ੍ਰਿਕ ਫੀਲਡ ਹੈ, ਇੱਕ ਜੋ ਉਹਦੇ ਅੰਦਰ ਪੋਲਰਾਈਜ਼ੇਸ਼ਨ ਹੋਣ ਕਰਕੇ ਇਲੈਕਟ੍ਰਿਕ ਫੀਲਡ ਸੈਟਅਪ ਹੋਇਆ ਉਹ। ਤਾਂ ਇਲੈਕਟ੍ਰਿਕ ਫੀਲਡ ਇਨਸਾਈਡ ਦੋਨਾਂ ਦੇ ਸਮ ਦੇ ਇਕੁਅਲ ਹੋਏਗਾ। ਦੇਖੋ ਇੱਥੇ ਪਲੱਸ ਨਹੀਂ ਆਉਂਦਾ, ਵੈਸੇ ਮਾਈਨਸ ਆਊਗਾ। ਇਹ ਤਾਂ ਆਪਾਂ ਜਸਟ ਇੱਕ ਮੈਗਨੀਟਿਊਡ ਦਾ ਸਾਈਨ ਦੇਖਿਆ, ਐਡ ਕਰਤਾ, ਬਟ ਇਹਨਾਂ ਦੀ ਡਾਇਰੈਕਸ਼ਨ ਤਾਂ ਆਪੋਜ਼ਿਟ ਹੈ ਨਾ, ਤਾਂ ਕਰਕੇ ਇੱਥੇ ਜਦੋਂ ਆਪਾਂ ਵੈਕਟਰਸ ਹਟਾ ਦਾਂਗੇ, ਇਹਨਾਂ ਦੇ ਵੈਲਿਊਜ਼ ਲਿਖ ਦਾਂਗੇ, ਤਾਂ ਇੱਥੇ ਆਪਣੇ ਆਪ ਹੀ ਮਾਈਨਸ ਆ ਜਾਏਗਾ, ਬਿਕੋਜ਼ ਆਪਣੇ ਕੋਲ EP ਦੀ ਡਾਇਰੈਕਸ਼ਨ E0 ਦੀ ਡਾਇਰੈਕਸ਼ਨ ਦੇ ਆਪੋਜ਼ਿਟ ਹੀ ਹੈ। ਦੇਖੋ E0 ਵੈਕਟਰ, E0 ਤਾਂ ਆਪਣੇ ਕੋਲ ਐਕਸਟਰਨਲ ਇਲੈਕਟ੍ਰਿਕ ਫੀਲਡ ਹੈ, ਜੋ EP ਹੈ ਇਹ ਪੋਲਰਾਈਜ਼ੇਸ਼ਨ ਹੋਣ ਕਰਕੇ ਜੋ ਇਸ ਦੇ ਅੰਦਰ ਇਲੈਕਟ੍ਰਿਕ ਫੀਲਡ ਸੈਟਅਪ ਹੋਇਆ ਉਸ ਦੀ ਵੈਲਿਊ ਹੈ। ਹੁਣ EP ਦੀ ਵੈਲਿਊ ਹੁੰਦੀ ਹੈ PD/3 ਵਾਟ ਇਜ਼ PD ਮੀਨਸ ਪੋਲਰਾਈਜ਼ੇਸ਼ਨ ਡੈਂਸਿਟੀ, ਮਤਲਬ ਕਿੰਨੀ ਕੁ ਪੋਲਰਾਈਜ਼ੇਸ਼ਨ ਹੋ ਰਹੀ ਹੈ। ਪੋਲਰਾਈਜ਼ੇਸ਼ਨ ਡੈਂਸਿਟੀ ਮੀਨਸ ਪੋਲਰਾਈਜ਼ੇਸ਼ਨ ਪਰ ਯੂਨਿਟ ਵੋਲਿਊਮ। ਤਾਂ ਪੋਲਰਾਈਜ਼ੇਸ਼ਨ ਡੈਂਸਿਟੀ ਹੁੰਦੀ ਹੈ ਆਪਣੇ ਕੋਲ PD, ਠੀਕ ਹੈ, ਓਵਰ 3 ਮਾਈਨਸ ਦੇ ਵਿੱਚ ਹੋਏਗੀ ਕਿਉਂਕਿ ਇਹਦੀ ਡਾਇਰੈਕਸ਼ਨ ਕੀ ਹੋਗੀ, E0 ਤੋਂ ਆਪੋਜ਼ਿਟ ਹੋਗੀ। ਤਾਂ EP ਦੀ ਵੈਲਿਊ ਹੋਏਗੀ -PD/3 EP is equal to -PD/3 ਤਾਂ ਅਗਰ ਆਪਾਂ ਕਿਸੇ ਵੀ ਡਾਇਲੈਕਟ੍ਰਿਕ ਸਫੀਅਰ ਨੂੰ ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਵਿੱਚ ਪਲੇਸ ਕਰਦੇ ਹਾਂ ਤਾਂ ਉਸ ਦੇ ਵਿੱਚ ਜੋ ਪੋਲਰਾਈਜ਼ੇਸ਼ਨ ਹੋਣ ਕਰਕੇ ਇਲੈਕਟ੍ਰਿਕ ਫੀਲਡ ਜਨਰੇਟ ਹੁੰਦਾ ਉਸ ਦੀ ਵੈਲਿਊ ਹੁੰਦੀ ਹੈ -PD/3 ਇਸ ਦੀ ਡੈਰੀਵੇਸ਼ਨ ਨਹੀਂ ਆਪਾਂ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਲੈਂਥੀ ਹੋ ਜਾਊਗੀ। ਤਾਂ EP ਦੀ ਵੈਲਿਊ ਹੁੰਦੀ ਹੈ -PD/3
ਉਸ ਤੋਂ ਬਾਅਦ ਜੋ ਆਪਣੇ ਕੋਲ ਪੋਲਰਾਈਜੇਸ਼ਨ ਡੈਂਸਿਟੀ ਹੁੰਦੀ ਹੈ, ਪੋਲਰਾਈਜੇਸ਼ਨ ਡੈਂਸਿਟੀ ਆਪਾਂ ਕੱਲ ਵੈਸੇ ਇੱਕ ਐਕਸਪ੍ਰੈਸ਼ਨ ਕੀਤਾ ਸੀ ਕਿ ਜੋ ਪੋਲਰਾਈਜੇਸ਼ਨ ਹੁੰਦੀ ਹੈ ਉਹ ਕਾਈ ਇਨਟੂ ਈ ਦੇ ਇਕੁਅਲ ਹੁੰਦੀ ਹੈ, ਬਟ ਇਹ ਆਪਣੇ ਕੋਲ ਸੀਜੀਐਸ ਸਿਸਟਮ ਦੇ ਅਕੋਰਡਿੰਗ ਹੁੰਦੀ ਹੈ। ਸੀਜੀਐਸ ਸਿਸਟਮ ਦੇ ਅਕੋਰਡਿੰਗ ਆਪਣੇ ਕੋਲ ਕਾਈ ਈ ਦੇ ਇਕੁਅਲ ਹੁੰਦੀ ਹੈ ਪੋਲਰਾਈਜੇਸ਼ਨ ਡੈਂਸਿਟੀ। ਬਟ ਅਗਰ ਆਪਾਂ ਇੱਥੇ ਐਪਸਾਈਲਨ ਵੀ ਲਗਾ ਸਕਦੇ ਹਾਂ, ਅਗਰ ਆਪਾਂ ਇੱਥੇ ਲਈਏ ਕਿਲੋਗ੍ਰਾਮ ਮੀਟਰ ਸੈਕਿੰਡ ਸਿਸਟਮ, ਆਪਣੇ ਕੋਲ ਅਲੱਗ-ਅਲੱਗ ਸਿਸਟਮ ਹੁੰਦੇ ਆ ਨਾ, ਸੀਜੀਐਸ ਸਿਸਟਮ, ਸੈਂਟੀਮੀਟਰ ਗ੍ਰਾਮ ਸੈਕਿੰਡ ਸਿਸਟਮ ਔਰ ਕਿਲੋਗ੍ਰਾਮ ਮੀਟਰ ਸੈਕਿੰਡ ਸਿਸਟਮ। ਤਾਂ ਅਗਰ ਆਪਾਂ ਕਿਲੋਗ੍ਰਾਮ ਮੀਟਰ ਸੈਕਿੰਡ ਸਿਸਟਮ ਲੈਣੇ ਆ ਤਾਂ ਆਪਾਂ ਪੋਲਰਾਈਜੇਸ਼ਨ ਡੈਂਸਿਟੀ ਦੀ ਵੈਲਿਊ ਲੈਣੇ ਹੁੰਦੇ ਆ ਕਾਈ ਐਪਸਾਈਲਨ ਇਨਟੂ ਈ। ਤਾਂ ਆਪਣੇ ਕੋਲ ਦੇਖੋ ਇੱਥੇ ਪੀਡੀ ਆਪਾਂ ਮਟੀਰੀਅਲ, ਤਾਂ ਆਪਣੇ ਕੋਲ ਜੋ ਪੀਡੀ ਪੋਲਰਾਈਜੇਸ਼ਨ ਡੈਂਸਿਟੀ ਦੀ ਵੈਲਿਊ ਹੋ ਜਾਏਗੀ ਐਪਸਾਈਲਨ ਨੋਟ ਕਾਈ ਈ EIN। ਜੋ ਇਲੈਕਟ੍ਰਿਕ ਫੀਲਡ ਹੈ ਉਹ ਇਨਸਾਈਡ ਵਾਲਾ ਜੋ ਆਪਣੇ ਕੋਲ ਨੈਟ ਇਲੈਕਟ੍ਰਿਕ ਫੀਲਡ ਆਂਦਾ ਆਪਾਂ ਉਹ ਲੈ ਕੇ ਚੱਲਾਂਗੇ, ਬਿਕੋਜ਼ ਆਪਣੇ ਕੋਲ ਜੋ ਪੋਲਰਾਈਜੇਸ਼ਨ ਡੈਂਸਿਟੀ ਹੈ ਉਹਦੇ ਕਰਕੇ ਉਹੀ ਇਲੈਕਟ੍ਰਿਕ ਫੀਲਡ ਹੈ ਜੋ ਸੈਟਅਪ ਹੋ ਰਿਹਾ ਹੈ ਮਟੀਰੀਅਲ ਦੇ ਅੰਦਰ, ਠੀਕ ਹੈ। ਤੇ ਆਪਣੇ ਕੋਲ ਹੁਣ ਜੋ ਐਪਸਾਈਲਨ ਆਰ ਹੈ, ਐਪਸਾਈਲਨ ਆਰ ਹੁੰਦੀ ਹੈ ਮਟੀਰੀਅਲ ਦੀ ਇਲੈਕਟ੍ਰੀਕਲ ਪਰਮਿਟਿਵਿਟੀ। ਆਪਣੇ ਕੋਲ ਇੱਥੇ ਆਪਾਂ ER ਹੀ ਲਿਖ ਲੈਂਦੇ ਆ। ਤਾਂ ਐਪਸਾਈਲਨ ਆਰ ਹੁੰਦੀ ਹੈ ਮਟੀਰੀਅਲ ਦੀ ਇਲੈਕਟ੍ਰੀਕਲ ਪਰਮਿਟਿਵਿਟੀ। ਤਾਂ ਆਪਣੇ ਕੋਲ ਐਪਸਾਈਲਨ ਆਰ ਇਜ਼ ਇਕੁਅਲ ਟੂ 1 ਪਲਸ ਕਾਈ ਈ, ਇਹ ਆਪਣੇ ਕੋਲ ਰਿਲੇਸ਼ਨ ਹੁੰਦਾ ਐਪਸਾਈਲਨ ਆਰ ਤੇ ਕਾਈ ਈ ਦੇ ਵਿੱਚ। ਤਾਂ ਅਗਰ ਆਪਾਂ ਇੱਥੋਂ ਕਾਈ ਈ ਦੀ ਵੈਲਿਊ ਕੱਢ ਲਈਏ ਉਹ ਹੋ ਜਾਏਗੀ ਐਪਸਾਈਲਨ ਆਰ ਮਾਈਨਸ 1। ਇਸ ਨੂੰ ਆਪਾਂ ਲੈ ਲੈਂਦੇ ਆ ਥਰਡ ਇਕੁਏਸ਼ਨ। ਇਹ ਫਰਸਟ ਇਕੁਏਸ਼ਨ ਹੋਗੀ, ਪੀ ਡੀ ਵਾਲੀ ਸੈਕਿੰਡ ਇਕੁਏਸ਼ਨ ਤੇ ਕਾਈ ਈ ਵਾਲੀ ਥਰਡ ਇਕੁਏਸ਼ਨ। ਅਗਰ ਆਪਾਂ ਥਰਡ ਇਕੁਏਸ਼ਨ ਦੇ ਵਿੱਚੋਂ ਸੈਕਿੰਡ ਦੇ ਵਿੱਚ ਵੈਲਿਊ ਪੁੱਟ ਕਰ ਦਈਏ ਤਾਂ ਆਪਣੇ ਕੋਲ ਪੀ ਡੀ ਦੀ ਵੈਲਿਊ ਆ ਜਾਏਗੀ ਐਪਸਾਈਲਨ ਨੋਟ ਐਪਸਾਈਲਨ ਆਰ ਮਾਈਨਸ 1 ਇੰਟੂ EIN। ਤਾਂ ਇਹ ਆਪਣੇ ਕੋਲ ਫੋਰਥ ਇਕੁਏਸ਼ਨ ਹੋਗੀ। ਜੋ ਇਹ ਪੀ ਡੀ ਦੀ ਵੈਲਿਊ ਆਈ ਆ ਉਸ ਨੂੰ ਆਪਾਂ ਫਰਸਟ ਇਕੁਏਸ਼ਨ 'ਚ ਪੁੱਟ ਕਰ ਦਿੰਦੇ ਆ, ਪੁੱਟ ਕਰਕੇ ਆਪਣੇ ਕੋਲ ਇਹ ਵੈਲਿਊ ਆ ਜਾਏਗੀ। ਐਪਸਾਈਲਨ ਨੋਟ ਨਾਲ ਐਪਸਾਈਲਨ ਨੋਟ ਕੱਟ ਹੋ ਜਾਏਗਾ, ਆਪਾਂ EIN ਵਾਲੀਆਂ ਟਰਮਸ ਇੱਕ ਸਾਈਡ ਤੇ ਇਕੱਠੀਆਂ ਕਰ ਲੈਂਦੇ ਆ। इधर आ जाएगा EIN, इतने बचेगा 1, आप कॉमन भी कढ़ लें नाल दी नाल ही। अपने को आ जाएगा एप्साइलन R माइनस 1 अपॉन 3 इज इक्वल टू E0। इसनों अगर आप सॉल्व करिए तो अपने को EIN दी वैल्यू आ जाएगी, एलसीएम लवांगे तो अपने को 3 माइनस 1 2 प्लस एप्साइलन R अपॉन 3 इज इक्वल टू E0। तो अपने को देखो इतों अगर आप एप्साइलन अगर आप EIN दी वैल्यू कढ़ीए इलैक्ट्रिक फील्ड इनसाइड दी डाइलैक्ट्रिक मटीरियल तो वैल्यू कितनी आएगी 3/2 प्लस एप्साइलन R इंटू E0। तो देखो जो EIN दी वैल्यू है वो ER दी वैल्यू ते एप्साइलन R दी वैल्यू ते डिपेंड करती है। इलैक्ट्रिक फील्ड इनसाइड दी डायलैक्ट्रिक स्फीयर दी जो वैल्यू है वो एप्साइलन R ते डिपेंड करती है। अगर तो जो मटीरियल दे अंदर दी जो परमिटिविटी है वो अपने कोल 1 तो ज़्यादा होएगी तो डिनोमीनेटर 3 तो वड्डा हो जाएगा, डिनोमीनेटर 3 तो वड्डा हो जाएगा मतलब जो इलैक्ट्रिक फील्ड इनसाइड दी स्फीयर है वो घट जाएगी आउटसाइड दी स्फीयर तो अपने कोल इनसाइड दी स्फीयर जो इलैक्ट्रिक फील्ड इंटेंसिटी है उसका एक्सप्रैशन ये है। तो यह मैटीरियल दी परमिटिविटी ते जो आप एक्सटर्नल इलैक्ट्रिक फील्ड अप्लाई कर रहे हैं उन्होंने दोनों के उपर डिपेंड करता है। ये एक्सप्रैशन अपने याद होना चाहिए। डेरीवेशन भी वैसे ईजी है, आप ईजीली मतलब सॉल्व करके फाइंड आउट कर सकते हैं। तो ये जो इलैक्ट्रिक फील्ड लाइन्स ने ये भी इंपॉर्टेंट ने, कई बार एग्जाम के डायग्राम देख के ही पूछ सकते हैं कि इन्होंने किहड़ी डायग्राम सही है फॉर डायलैक्ट्रिक स्फीयर प्लेस्ड इन यूनीफॉर्म इलैक्ट्रिक फील्ड। तो फील्ड लाइन्स इसदे वाल अट्रैक्ट होणगियां कदों जदों मटीरियल की परमिटिविटी एक्सटर्नल जो परमिटिविटी है उसको ज्यादा है। बट अगर अपने को ऐसा केस आवे ER इज लैस दैन E0 तो अपने को ये जो फील्ड लाइन्स ने वो अट्रैक्ट होने की बजाय रिपैल होणगियां, मतलब जिवें एवें कोई लाइन जा रही है तो वो एवें पास होएगी इसके विचों इस तरीके नाल। तो तुसीं ये भी अपनी नोटबुक ते ड्रॉ कर सकते हो। अगर ER इज लैस दैन E0 है तो फील्ड लाइन्स इस तरीके नाल नहीं बननगियां, फील्ड लाइन्स उस टाइम ते फील्ड लाइन्स इस तरीके नाल बननगियां इस तरीके, ठीक है। तो ये भी बहुत इंपॉर्टेंट है डायग्राम भी, बिकॉज अपन डायग्राम देख के भी पूछ सकते हैं कि फील्ड लाइन्स किवें पास होंदियां ने ते एक्सप्रैशन भी अपन याद होना चाहिए। हाँ जी, हुण आपां डायलैक्ट्रिक स्फीयर कंप्लीट कर लिया, हुण आपां करदे हां कंडक्टिंग स्फीयर। कंडक्टिंग स्फीयर जो हुंदा है उस दे विच इलैक्ट्रिक फील्ड की वैल्यू इनसाइड कितनी होएगी। तो इलैक्ट्रिक फील्ड की वैल्यू इनसाइड हुंदी है 0, ठीक है। 0 किवें हुंदी है आपां चैक करते हैं। इनसाइड हुंदी है 0 ते अगर उन्होंने यूनीफॉर्म इलैक्ट्रिक फील्ड दे विच आपां रखदे हां तां उस दे विच स्फीयर दे विच इलैक्ट्रिक फील्ड की वैल्यू होएगी 0 ते फील्ड लाइन्स इस तरह होणगियां, क्योंकि जदों इलैक्ट्रिक फील्ड ही 0 है इनसाइड तां फील्ड लाइन्स उस दे विचों पास नहीं करनगियां। फील्ड लाइन्स इस तरीके नाल होणगियां, देखो जो शो कीता होया आपां। तां इह इस दे विचों
ਸਟ੍ਰੇਟ ਪਾਸ ਹੋ ਰਹੀਆਂ ਨੇ ਜਿਹੜੀਆਂ ਦੂਰ ਵਾਲੀਆਂ ਫੀਲਡ ਲਾਈਨਸ ਨੇ, ਜੋ ਉਸਦੇ ਨੇੜੇ ਵਾਲੀਆਂ ਫੀਲਡ ਲਾਈਨਸ ਨੇ ਅਟਰੈਕਟ ਤਾਂ ਹੋ ਰਹੀਆਂ ਨੇ ਉਸ ਵੱਲ, ਬਟ ਉਸਦੇ ਵਿੱਚੋਂ ਨਹੀਂ ਪਾਸ ਹੋ ਰਹੀਆਂ। ਤਾਂ ਇਸ ਤਰੀਕੇ ਦੀ ਆਪਣੇ ਕੋਲ ਡਾਇਗਰਾਮ ਬਣੂਗੀ ਜਦੋਂ ਆਪਣੇ ਕੋਲ ਕੰਡਕਟਿੰਗ ਸਫੀਅਰ ਨੂੰ ਆਪਾਂ ਇਲੈਕਟ੍ਰਿਕ ਫੀਲਡ ਦੇ ਵਿੱਚ, ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਪਲੇਸ ਕਰਦੇ ਆ। ਤਾਂ ਇਹ ਡਾਇਗਰਾਮ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਐਗਜ਼ਾਮ ਦੇ ਵਿੱਚ ਆਪਾਂ ਨੂੰ ਇਹ ਵੀ ਪੁੱਛ ਸਕਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਡਾਇਗਰਾਮ ਸਹੀ ਹੈ ਫੀਲਡ ਲਾਈਨਸ ਦੇ ਲਈ ਜਦੋਂ ਆਪਾਂ ਕਿਸੇ ਵੀ ਕੰਡਕਟਿੰਗ ਸਫੀਅਰ ਨੂੰ ਯੂਨੀਫਾਰਮ ਇਲੈਕਟ੍ਰਿਕ ਫੀਲਡ ਵਿੱਚ ਪਲੇਸ ਕਰਦੇ ਹਾਂ। ਉੱਥੇ ਜਿਵੇਂ ਆਪਾਂ ਨੂੰ ਆਪਸ਼ਨਸ ਦੇਤੀਆਂ, ਇੱਕ ਇਸ ਤਰੀਕੇ ਦੀ ਆਪਸ਼ਨ ਦੇਤੀ, ਠੀਕ ਹੈ, ਤੇ ਇੱਕ ਇਸ ਤਰੀਕੇ ਦੀ ਆਪਸ਼ਨ ਦੇਤੀ, ਕੋਈ ਮਤਲਬ ਜਾਂ ਫਿਰ ਐਵੇਂ ਜੋ ਆਪਣੇ ਕੋਲ ਐਗਜ਼ੈਕਟਲੀ ਹੈ ਉਸ ਤਰੀਕੇ ਦੀ ਆਪਸ਼ਨ ਦੇਤੀ, ਜਾਂ ਸਟ੍ਰੇਟ ਲਾਈਨਸ ਹੀ ਪਾਸ ਕਰਤੀਆਂ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਆਪਣੇ ਕੋਲ ਜੋ ਥਰਡ ਵਾਲੀ ਸੀ ਵਾਲੀ ਹੈ ਉਹ ਟਰੂ ਹੈ। ਤਾਂ ਆਪਾਂ ਨੂੰ ਡਾਇਗਰਾਮ ਵੀ ਪਤਾ ਹੋਣੀ ਚਾਹੀਦੀ ਹੈ ਤੇ ਵੈਲਿਊ ਵੀ। ਵੈਲਿਊ ਕੀ ਹੈ? 0। ਹੁਣ ਇਹ 0 ਹੁੰਦੀ ਕਿਉਂ ਹੈ? ਦੇਖੋ ਆਪਣੇ ਕੋਲ ਜਦੋਂ ਵੀ ਕੋਈ ਕੰਡਕਟਿੰਗ ਸਫੀਅਰ ਨੂੰ ਆਪਾਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਵਿੱਚ ਪਲੇਸ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਜੋ ਕੰਡਕਟਿੰਗ ਸਫੀਅਰ ਹੈ ਇਸ ਦੇ ਵਿੱਚ ਫ੍ਰੀ ਇਲੈਕਟ੍ਰੋਨਸ ਵੀ ਹੋਣਗੇ ਤੇ ਪੋਜ਼ਿਟਿਵ ਆਇਨਸ ਵੀ ਹੋਣਗੇ। ਜਦੋਂ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਤਾਂ ਜਿਹੜੇ ਉਸਦੇ ਫ੍ਰੀ ਇਲੈਕਟ੍ਰੋਨਸ ਨੇ ਉਹ ਪੋਜ਼ਿਟਿਵ ਪਲੇਟ ਵੱਲ ਮਤਲਬ ਉਸ ਸਾਈਡ ਤੇ ਕਲੈਕਟ ਹੋਣੇ ਸਟਾਰਟ ਹੋ ਗਏ, ਤੇ ਜੋ ਆਪਣੇ ਕੋਲ ਪੋਜ਼ਿਟਿਵ ਆਇਨਸ ਨੇ ਉਹ ਨੈਗੇਟਿਵ ਸਾਈਡ ਵੱਲ ਕਲੈਕਟ ਹੋਣੇ ਸਟਾਰਟ ਹੋ ਗਏ। ਤਾਂ ਇਸ ਦੇ ਨਾਲ ਅੰਦਰ ਵੀ ਇੱਕ ਇਲੈਕਟ੍ਰਿਕ ਫੀਲਡ ਸੈਟਅਪ ਹੋ ਜਾਏਗਾ। ਅਗਰ ਬਾਹਰ ਵਾਲਾ ਇਲੈਕਟ੍ਰਿਕ ਫੀਲਡ E ਨੋਟ ਹੈ ਸਪੋਜ਼, ਅੰਦਰ ਆਪਣੇ ਕੋਲ M ਲੈ ਲਿਆ ਆਪਾਂ ਨੇ ਜੋ ਇਸ ਦੇ ਅੰਦਰ ਸੈਟਅਪ ਹੋ ਰਿਹਾ, ਤਾਂ ਆਪਣੇ ਕੋਲ ਜੋ ਇਲੈਕਟ੍ਰਿਕ ਫੀਲਡ ਇਨਸਾਈਡ ਹੈ ਤੇ ਆਊਟਸਾਈਡ ਹੈ, ਇਹਨਾਂ ਦੋਨਾਂ ਦਾ ਡਿਫਰੈਂਸ ਹੀ ਆਪਾਂ ਨੂੰ ਨੈਟ ਇਲੈਕਟ੍ਰਿਕ ਫੀਲਡ ਦਿੰਦਾ ਹੁੰਦਾ। ਤਾਂ ਇਹਨਾਂ ਦਾ ਡਿਫਰੈਂਸ ਕੀ ਹੁੰਦਾ? ਐਕਚੁਅਲ 'ਚ 0 ਹੁੰਦਾ, ਤਾਂ ਹੀ ਆਪਣੇ ਕੋਲ ਨੈਟ ਇਲੈਕਟ੍ਰਿਕ ਫੀਲਡ ਕੀ ਆਉਂਦਾ ਹੈ? 0। ਹੁਣ ਡਿਫਰੈਂਸ 0 ਕਿਵੇਂ ਹੋਊਗਾ? ਦੇਖੋ ਜੋ ਅੰਦਰ ਚਾਰजेस ਨੇ, ਇਲੈਕਟ੍ਰੋਨਸ ਨੇ, ਇਹ ਉਦੋਂ ਤੱਕ ਆਪਣੇ ਕੋਲ, ਕਿਉਂਕਿ ਕਾਫੀ ਸਾਰੇ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ, ਇਹ ਆਪਣੇ ਆਪ ਨੂੰ ਉਦੋਂ ਤੱਕ ਇਸ ਸਾਈਡ ਤੇ ਕਲੈਕਟ ਕਰਦੇ ਰਹਿਣਗੇ ਜਦੋਂ ਤੱਕ ਜਿਹੜਾ ਅੰਦਰ ਵਾਲਾ ਇਲੈਕਟ੍ਰਿਕ ਫੀਲਡ ਹੈ EM ਦੀ ਵੈਲਿਊ E0 ਦੇ ਇਕੁਅਲ ਨਹੀਂ ਹੋ ਜਾਂਦੀ। ਜਦੋਂ ਤੱਕ EM ਦੀ ਵੈਲਿਊ E0 ਦੇ ਇਕੁਅਲ ਨਹੀਂ ਹੋ ਜਾਂਦੀ ਉਦੋਂ ਤੱਕ ਇਲੈਕਟ੍ਰੋਨਸ ਇਸ ਸਾਈਡ ਤੇ ਕਲੈਕਟ ਹੁੰਦੇ ਜਾਣਗੇ ਤੇ ਜੋ ਪੋਜ਼ਿਟਿਵ ਆਇਨਸ ਨੇ ਉਹ ਇਸ ਸਾਈਡ ਤੇ ਕਲੈਕਟ ਹੁੰਦੇ ਜਾਣਗੇ, ਜਦੋਂ ਤੱਕ ਇਹ ਦੋਨੋਂ ਇਕੁਅਲ ਨਹੀਂ ਹੁੰਦੇ। ਜਦੋਂ ਇਕੁਅਲ ਹੋ ਗਏ ਫਿਰ ਆਪਣੇ ਕੋਲ ਡਿਫਰੈਂਸ ਕੀ ਹੋ ਜਾਊਗਾ? 0 ਹੋ ਜਾਊਗਾ। ਤਾਂ ਇਹਨਾਂ ਦਾ ਅਰੇਂਜਮੈਂਟ ਹੋਣਾ ਵੀ ਬੰਦ ਹੋ ਜਾਊਗਾ। ਤਾਂ ਇਹ ਅਰੇਂਜ ਹੀ ਇਲੈਕਟ੍ਰੋਨਸ ਦੇ ਜੋ ਪੋਜ਼ਿਟਿਵ ਆਇਨਸ ਨੇ ਇਸ ਤਰੀਕੇ ਨਾਲ ਹੋਣਗੇ ਕਿ ਉਸ ਦੇ ਵਿੱਚ ਨੈਟ ਇਲੈਕਟ੍ਰਿਕ ਫੀਲਡ ਕੀ ਆ ਜੇ? 0 ਆ ਜੇ, ਤੇ ਫੀਲਡ ਲਾਈਨਸ ਉਸ ਦੇ ਵਿੱਚੋਂ ਪਾਸ ਨਹੀਂ ਹੋ ਰਹੀਆਂ। ਚਾਹੇ ਇੱਥੇ ਹੋਲੋ ਸਫੀਅਰ ਹੈ ਚਾਹੇ ਕੋਈ ਵੀ ਸੋਲਿਡ ਸਫੀਅਰ ਹੈ, ਹੋਲੋ ਔਰ ਸੋਲਿਡ, ਚਾਹੇ ਹੋਲੋ ਸਫੀਅਰ ਹੈ ਚਾਹੇ ਸੋਲਿਡ ਸਫੀਅਰ ਹੈ, ਆਪਣੇ ਕੋਲ ਇਲੈਕਟ੍ਰਿਕ ਫੀਲਡ ਇਨਸਾਈਡ ਕੀ ਹੋਏਗਾ? 0 ਹੀ ਹੋਏਗਾ। ਤਾਂ ਆਪਾਂ ਨੇ ਯਾਦ ਰੱਖਣਾ ਜਦੋਂ ਕੰਡਕਟਿੰਗ ਮੈਟਲ ਸਫੀਅਰ ਹੈ ਉਸਦੀ ਡਾਇਗਰਾਮ ਤੇ ਇਨਸਾਈਡ ਇਲੈਕਟ੍ਰਿਕ ਫੀਲਡ ਦੀ ਵੈਲਿਊ, ਸਿਮਿਲਰਲੀ ਜਿਵੇਂ ਆਪਾਂ ਡਾਇਲੈਕਟ੍ਰਿਕ ਦੇ ਕੇਸ ਦੇ ਵਿੱਚ ਕੀਤਾ। ਹਾਂਜੀ, ਇੱਥੇ ਤੱਕ ਕਰਨ ਤੋਂ ਬਾਅਦ ਆਪਣਾ ਜੋ ਸਟੈਟਿਕ ਇਲੈਕਟ੍ਰਿਸਿਟੀ ਦਾ ਪੋਰਸ਼ਨ ਸੀ, ਕਰੰਟ ਇਲੈਕਟ੍ਰਿਸਿਟੀ ਦਾ ਪੋਰਸ਼ਨ ਸੀ, ਉਹ ਆਲਮੋਸਟ ਆਪਾਂ ਕਵਰ ਕਰ ਲਿਆ। ਹੁਣ ਆਪਣੇ ਕੋਲ ਹੈ ਮੈਗਨੈਟਿਕ ਫੀਲਡ। ਮੈਗਨੈਟਿਕ ਮਤਲਬ ਮੈਗਨੇਟਸ ਦੇ ਨਾਲ ਰਿਲੇਟਡ ਜੋ ਮੈਗਨੈਟੋਸਟੈਟਿਕਸ ਦਾ ਪੋਰਸ਼ਨ ਹੈ ਆਪਣਾ ਉਹ ਸਟਾਰਟ ਹੋ ਗਿਆ। ਹੁਣ ਆਪਾਂ ਕਰ ਰਹੇ ਹਾਂ ਮੈਗਨੈਟਿਕ ਫੀਲਡ। ਸਭ ਤੋਂ ਪਹਿਲਾ ਟੌਪਿਕ ਹੈ ਮੈਗਨੈਟੋਸਟੈਟਿਕਸ ਦਾ ਮੈਗਨੈਟਿਕ ਫੀਲਡ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਮੈਗਨੈਟਿਕ ਫੀਲਡ ਹੁੰਦਾ ਕੀ ਹੈ। ਮੈਗਨੈਟਿਕ ਫੀਲਡ ਕੀ ਹੁੰਦਾ ਉਸ ਨੂੰ ਸਮਝਣ ਤੋਂ ਪਹਿਲਾਂ ਤਾਂ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ, ਅਗਰ ਕਿਸੇ ਵੀ ਵਾਇਰ ਦੇ ਵਿੱਚੋਂ, ਕਿਸੇ ਵੀ ਕੰਡਕਟਰ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਹੈਗਾ, ਜਦੋਂ ਕਿਸੇ ਵੀ ਵਾਇਰ ਦੇ ਵਿੱਚੋਂ, ਕੰਡਕਟਰ ਦੇ ਵਿੱਚੋਂ ਕਰੰਟ ਫਲੋ ਹੁੰਦਾ ਤਾਂ ਉਹਦੇ ਨਾਲ ਵੀ ਮੈਗਨੈਟਿਕ ਇਫੈਕਟ ਪ੍ਰੋਡਿਊਸ ਹੁੰਦਾ। ਇਹ ਨਹੀਂ ਕਿ ਕੱਲੀ ਮੈਗਨੇਟ ਨਾਲ ਹੀ ਮੈਗਨੈਟਿਕ ਇਫੈਕਟ ਪ੍ਰੋਡਿਊਸ ਹੁੰਦਾ, ਅਗਰ ਕਿਸੇ ਵੀ ਕੰਡਕਟਰ ਦੇ ਵਿੱਚੋਂ ਕਰੰਟ ਫਲੋ ਹੋ ਰਿਹਾ ਹੈ ਤਾਂ ਉਹਦੇ ਨਾਲ ਵੀ ਮੈਗਨੈਟਿਕ ਇਫੈਕਟ ਪ੍ਰੋਡਿਊਸ ਹੁੰਦਾ ਹੈ। ਇਸ ਚੀਜ਼ ਨੂੰ ਕਿਹਨੇ ਚੈੱਕ ਕੀਤਾ ਸੀ, ਕਿਹਨੇ ਇਨਵੈਂਟ ਕੀਤਾ ਸੀ, ਕਿਹੜੇ ਸਾਇੰਟਿਸਟ ਨੇ? ਔਇਰਸਟਡ ਨੇ। ਠੀਕ ਹੈ, ਔਇਰਸਟਡ ਨੇ ਇਨਵੈਂਟ ਕੀਤਾ ਸੀ ਕਿ ਆਪਣੇ ਕੋਲ ਜੋ ਇਲੈਕਟ੍ਰਿਕ ਕਰੰਟ ਹੈ ਉਹ ਵੀ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦਾ ਹੈਗਾ। ਤਾਂ ਇੱਥੋਂ ਹੀ ਆਪਣੇ ਕੋਲ ਸਾਰੇ ਇਲੈਕਟ੍ਰੋਮੈਗਨੈਟਿਕ ਫਿਨੋਮੀਨਨਸ ਬਣਦੇ ਨੇ ਕਿ ਇਲੈਕਟ੍ਰਿਕ ਕਰੰਟ ਤੇ ਮੈਗਨੈਟਿਕ ਇਫੈਕਟਸ ਆਪਸ ਦੇ ਵਿੱਚ ਕੀ ਨੇ? ਇੰਟਰ ਰਿਲੇਟਡ ਨੇ। ਤਾਂ ਦੇਖੋ ਹੁਣ ਆਪਣੇ ਕੋਲ ਮੈਗਨੈਟਿਕ ਫੀਲਡ ਡਿਸਕਸ ਕਰਦੇ ਆ। ਮੈਗਨੈਟਿਕ ਫੀਲਡ ਅਗਰ ਤਾਂ ਆਪਾਂ ਕਿਸੇ ਵੀ ਕਰੰਟ ਕੈਰਿੰਗ ਵਾਇਰ ਦੀ ਜਾਂ ਕਿਸੇ ਵੀ ਉਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਹੈਗਾ ਕੰਡਕਟਰ ਦੇ ਵਿੱਚੋਂ, ਜਾਂ ਕਿਸੇ ਵੀ ਮੈਗਨੇਟ ਦੀ ਗੱਲ ਕਰੀਏ, ਕੰਡਕਟਰ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਉਸ ਦੇ ਆਸ-ਪਾਸ ਵੀ ਮੈਗਨੈਟਿਕ ਇਫੈਕਟ ਹੋਏਗਾ। ਅਗਰ ਕਿਸੇ ਮੈਗਨੇਟ ਦੀ ਗੱਲ ਕਰ ਰਹੇ ਹਾਂ ਉਸ ਦੇ ਆਸ-ਪਾਸ ਤਾਂ ਮੈਗਨੈਟਿਕ ਇਫੈਕਟ ਹੋਏਗਾ ਹੀ। ਤਾਂ ਮੈਗਨੈਟਿਕ ਫੀਲਡ ਕੀ ਹੁੰਦਾ? ਕਿਸੇ ਵੀ ਕਰੰਟ ਕੈਰਿੰਗ ਵਾਇਰ ਦੇ ਆਸ-ਪਾਸ ਜਾਂ ਫਿਰ ਕਿਸੇ ਵੀ ਮੈਗਨੇਟ ਦੇ ਆਸ-ਪਾਸ ਉਹ ਵਾਲੀ ਸਪੇਸ, ਜਿਵੇਂ ਇਸ ਦੇ ਆਸ-ਪਾਸ ਜਿੱਥੇ ਤੱਕ ਇਹਦਾ ਮੈਗਨੈਟਿਕ ਇਫੈਕਟ ਆਬਜ਼ਰਵ ਕੀਤਾ ਜਾ ਸਕਦਾ ਹੈ, ਸਪੋਜ਼ ਇਸ ਫੀਲਡ ਦੇ ਵਿੱਚ ਹੀ ਆਬਜ਼ਰਵ ਕੀਤਾ ਜਾ ਸਕਦਾ ਹੈ ਇੱਥੇ ਤੱਕ, ਤਾਂ ਇਹਦਾ ਮੈਗਨੈਟਿਕ ਫੀਲਡ ਹੋ ਗਿਆ। ਉਹ ਸਪੇਸ ਚਾਹੇ ਕਿਸੇ ਕਰੰਟ ਕੈਰਿੰਗ ਕੰਡਕਟਰ ਦੀ ਗੱਲ ਕਰੀਏ ਚਾਹੇ ਕਿਸੇ ਮੈਗਨੇਟ ਦੀ ਗੱਲ ਕਰੀਏ, ਉਸ ਦੇ ਆਲੇ ਦੁਆਲੇ ਉਹ ਸਾਰੀ ਸਪੇਸ ਜਿੱਥੇ ਤੱਕ ਇਸ ਦਾ ਇਫੈਕਟ ਆਬਜ਼ਰਵ ਕੀਤਾ ਜਾ ਸਕਦਾ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ? ਮੈਗਨੈਟਿਕ ਫੀਲਡ। ਜਿਵੇਂ ਹੁਣ ਆਪਣੇ ਕੋਲ ਇੱਥੇ ਕਰੰਟ ਕੈਰਿੰਗ ਕੰਡਕਟਰ ਹੈ,
ਇਸ ਦਾ ਮੈਗਨੈਟਿਕ ਇਫੈਕਟ ਹੈ। ਤਾਂ ਇੱਥੇ ਤੱਕ ਇਹਦਾ ਮੈਗਨੈਟਿਕ ਫੀਲਡ ਹੈ। ਅਗਰ ਆਪਾਂ ਕੋਈ ਵੀ ਮੈਗਨੇਟ ਇਹਦੇ ਕੋਲ ਲੈ ਕੇ ਆਵਾਂਗੇ ਤਾਂ ਉਹ ਇਸ ਨੂੰ ਅਟਰੈਕਟ ਜਾਂ ਰਿਪੈਲ ਕਰੂਗੀ ਇਹ ਜੋ ਕੰਡਕਟਰ ਹੈ, ਠੀਕ ਹੈ। ਬਟ ਅਗਰ ਆਪਾਂ ਇਸ ਮੈਗਨੇਟ ਨੂੰ ਇੱਥੇ ਰੱਖਤਾ ਲਿਆ ਕੇ ਤਾਂ ਇਹ ਕੰਡਕਟਰ ਇਸ ਦੇ ਉੱਪਰ ਕੋਈ ਫੋਰਸ ਨਹੀਂ ਲਗਾਏਗਾ, ਤਾਂ ਇਹ ਕਿਉਂਕਿ ਇਹ ਇਸ ਦੇ ਫੀਲਡ ਤੋਂ ਬਾਹਰ ਹੋ ਗਿਆ। ਤਾਂ ਕੋਈ ਵੀ ਮੈਗਨੇਟ ਦਾ ਜਾਂ ਕਰੰਟ ਕੈਰਿੰਗ ਕੰਡਕਟਰ ਦਾ ਮੈਗਨੈਟਿਕ ਫੀਲਡ ਉਹ ਹੁੰਦਾ ਜਿੱਥੇ ਤੱਕ ਉਸਦਾ ਇਫੈਕਟ ਆਬਜ਼ਰਵ ਕੀਤਾ ਜਾ ਸਕਦਾ ਹੈਗਾ। ਤਾਂ ਹੁਣ ਇਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ, ਇਸ ਦੀ ਸਟਰੈਂਥ ਆਪਾਂ ਨੂੰ ਕੌਣ ਦੱਸਦਾ? ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਜਾਂ ਇਸ ਦੀ ਸਟਰੈਂਥ, ਕਿਉਂਕਿ ਮੈਗਨੈਟਿਕ ਫੀਲਡ ਇੱਕ ਵੈਕਟਰ ਕੁਆਂਟੀਟੀ ਹੈ ਤਾਂ ਇਹਦੀ ਡਾਇਰੈਕਸ਼ਨ ਵੀ ਹੋਏਗੀ। ਇਹਨੂੰ ਬੀ ਵੈਕਟਰ ਨਾਲ ਡਿਨੋਟ ਕਰਦੇ ਆ ਤੇ ਇਹਦੇ ਐਸਆਈ ਯੂਨਿਟਸ ਟੈਸਲਾ ਨੇ। ਹੁਣ ਇਸ ਦੀ ਡਾਇਰੈਕਸ਼ਨ ਤੇ ਸਟਰੈਂਥ ਆਪਾਂ ਨੂੰ ਕੌਣ ਦਊਗਾ? ਆ ਮੈਗਨੈਟਿਕ ਫੀਲਡ ਲਾਈਨਸ ਜੋ ਆਪਾਂ ਡਰਾ ਕੀਤੀਆਂ ਹੋਈਆਂ ਨੇ, ਇਹ ਵੀ ਆਪਣੇ ਕੋਲ ਮੈਗਨੈਟਿਕ ਫੀਲਡ ਲਾਈਨਸ ਨੇ ਜੋ ਆਪਾਂ ਡਰਾ ਕੀਤੀਆਂ ਹੋਈਆਂ ਨੇ। ਤਾਂ ਕਿਸੇ ਮੈਗਨੇਟ ਦੀ ਗੱਲ ਅਗਰ ਆਪਾਂ ਕਰੀਏ ਤਾਂ ਉਸ ਦੇ ਵਿੱਚੋਂ ਜੋ ਮੈਗਨੈਟਿਕ ਫੀਲਡ ਲਾਈਨਸ ਨੇ ਉਹ ਹਮੇਸ਼ਾ ਨਾਰਥ ਦੇ ਵਿੱਚੋਂ ਬਾਹਰ ਆਉਂਦੀਆਂ ਨੇ ਤੇ ਸਾਊਥ ਦੇ ਵਿੱਚ ਐਂਟਰ ਹੁੰਦੀਆਂ ਨੇ। ਪਰ ਇਹ ਸਿਰਫ ਮੈਗਨੇਟ ਦੇ ਬਾਹਰ ਦੀ ਗੱਲ ਹੋ ਰਹੀ ਹੈ। ਪਰ ਅਗਰ ਮੈਗਨੇਟ ਦੇ ਅੰਦਰ ਦੀ ਗੱਲ ਕਰੀਏ ਤਾਂ ਇਹ ਸਾਊਥ ਟੂ ਨਾਰਥ ਟਰੈਵਲ ਕਰਦੀਆਂ ਨੇ। ਤਾਂ ਮੈਗਨੈਟਿਕ ਫੀਲਡ ਲਾਈਨਸ ਕਲੋਜ਼ਡ ਲੂਪਸ ਨੇ ਕਿਉਂਕਿ ਇਹ ਬਾਹਰ ਨਾਰਥ ਟੂ ਸਾਊਥ ਨੇ ਤੇ ਅੰਦਰ ਮੈਗਨੇਟ ਦੇ ਸਾਊਥ ਟੂ ਨਾਰਥ ਮੂਵ ਕਰਦੀਆਂ ਨੇ। ਤਾਂ ਇਹ ਕੀ ਨੇ? ਕਲੋਜ਼ਡ ਲੂਪਸ। ਤਾਂ ਇੱਥੋਂ ਇਹ ਪ੍ਰੋਪਰਟੀ ਕਲੀਅਰ ਹੋ ਰਹੀ ਹੈ ਕਿ ਇਹ ਕਲੋਜ਼ਡ ਲੂਪਸ ਹੁੰਦੀਆਂ ਨੇ ਤੇ ਨਾਰਥ ਤੋਂ ਸਟਾਰਟ ਹੋ ਕੇ ਸਾਊਥ ਤੇ ਐਂਡ ਹੁੰਦੀਆਂ ਨੇ ਆਊਟਸਾਈਡ ਦੀ ਮੈਗਨੇਟ ਤੇ ਮੈਗਨੇਟ ਦੇ ਅੰਦਰ ਸਾਊਥ ਟੂ ਨਾਰਥ। ਤੇ ਕਦੇ ਵੀ ਇੱਕ ਦੂਜੇ ਨਾਲ ਇੰਟਰਸੈਕਟ ਨਹੀਂ ਕਰਦੀਆਂ। ਕਿਉਂ ਨਹੀਂ ਇੰਟਰਸੈਕਟ ਕਰਦੀਆਂ? ਬਿਕੋਜ਼ ਕਿਸੇ ਵੀ ਪੁਆਇੰਟ ਤੇ ਅਗਰ ਆਪਾਂ ਮੈਗਨੈਟਿਕ ਫੀਲਡ ਲਾਈਨ ਸੇ ਕਿਸੇ ਵੀ ਪੁਆਇੰਟ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਚੈੱਕ ਕਰਨੀ ਹੋਵੇ ਤਾਂ ਆਪਾਂ ਉੱਥੇ ਟੈਂਜੈਂਟ ਬਣਾ ਕੇ ਕਰ ਲੈਂਦੇ ਆ। ਜਿਸ ਡਾਇਰੈਕਸ਼ਨ ਦੇ ਵਿੱਚ ਟੈਂਜੈਂਟ ਹੈ ਉਸ ਡਾਇਰੈਕਸ਼ਨ ਦੇ ਵਿੱਚ ਮੈਗਨੈਟਿਕ ਫੀਲਡ ਹੈ। ਬਟ ਅਗਰ ਦੋ ਮੈਗਨੈਟਿਕ ਫੀਲਡ ਲਾਈਨਸ ਕ੍ਰੋਸ ਕਰ ਰਹੀਆਂ ਨੇ, ਇੰਟਰਸੈਕਟ ਕਰ ਰਹੀਆਂ ਨੇ, ਤਾਂ ਉੱਥੇ ਟੈਂਜੈਂਟ ਦੀਆਂ ਦੋ ਡਾਇਰੈਕਸ਼ਨਸ ਹੋ ਗਈਆਂ। ਬਿਕੋਜ਼ ਅਗਰ ਆਪਾਂ ਇਸ ਲੂਪ ਤੇ ਬਣਾਵਾਂਗੇ ਤਾਂ ਇਸ ਡਾਇਰੈਕਸ਼ਨ 'ਚ ਹੋ ਜਾਏਗਾ, ਇਸ ਲੂਪ ਤੇ ਬਣਾਵਾਂਗੇ ਤਾਂ ਇਸ ਡਾਇਰੈਕਸ਼ਨ 'ਚ, ਵਿਚ ਇਜ਼ ਨਾਟ ਪੋਸੀਬਲ ਕਿਉਂਕਿ ਇੱਕ ਪੁਆਇੰਟ ਤੇ ਮੈਗਨੈਟਿਕ ਫੀਲਡ ਦੀਆਂ ਦੋ ਡਾਇਰੈਕਸ਼ਨਸ ਨਹੀਂ ਹੋ ਸਕਦੀਆਂ। ਤਾਂ ਆਪਣੇ ਕੋਲ ਕੀ ਹੈ? ਮੈਗਨੈਟਿਕ ਫੀਲਡ ਲਾਈਨਸ ਮੈਗਨੈਟਿਕ ਫੀਲਡ ਦੀ ਸਟਰੈਂਥ ਤੇ ਉਸ ਦੀ ਡਾਇਰੈਕਸ਼ਨ ਦੱਸਦੀਆਂ ਨੇ, ਠੀਕ ਹੈ। ਤੇ ਮੈਗਨੇਟ ਦੀ ਗੱਲ ਕਰੀਏ ਹਮੇਸ਼ਾ ਨਾਰਥ ਤੋਂ ਬਾਹਰ ਜਾਂਦੀਆਂ ਨੇ, ਸਾਊਥ ਦੇ ਵਿੱਚ ਐਂਟਰ ਹੁੰਦੀਆਂ ਨੇ। ਜਿੰਨੀਆਂ ਮੈਗਨੈਟਿਕ ਫੀਲਡ ਲਾਈਨਸ ਕਲੋਜ਼ ਹੋਣਗੀਆਂ ਉਨੀ ਮੈਗਨੈਟਿਕ ਫੀਲਡ ਸਟਰੈਂਥ ਜ਼ਿਆਦਾ ਹੋਏਗੀ, ਜਿੰਨੀਆਂ ਦੂਰ ਹੋਣਗੀਆਂ ਉਨੀ ਘੱਟ ਹੋਏਗੀ। ਜਿਵੇਂ ਆਪਣੇ ਕੋਲ ਮੈਗਨੈਟਿਕ ਫੀਲਡ ਲਾਈਨਸ ਨੇ ਹੁਣ ਇੱਧਰ ਦੂਰ ਹੋ ਰਹੀਆਂ ਨੇ ਤਾਂ ਇੱਥੇ ਮੈਗਨੈਟਿਕ ਫੀਲਡ ਸਟਰੈਂਥ ਘੱਟ ਹੈ ਤੇ ਇੱਥੇ ਨੇੜੇ ਨੇ ਤਾਂ ਇੱਥੇ ਮੈਗਨੈਟਿਕ ਫੀਲਡ ਸਟਰੈਂਥ ਜ਼ਿਆਦਾ। ਤਾਂ ਕਲੋਜ਼ਨੈਸ ਆਫ ਮੈਗਨੈਟਿਕ ਫੀਲਡ ਲਾਈਨਸ ਆਪਾਂ ਨੂੰ ਮੈਗਨੈਟਿਕ ਫੀਲਡ ਦੀ ਸਟਰੈਂਥ ਦੱਸਦੀਆਂ ਨੇ। ਇਹ ਸਾਰੇ ਪੁਆਇੰਟਸ ਇੰਪੋਰਟੈਂਟ ਨੇ ਆਪਣੇ ਕੋਲ, ਠੀਕ ਹੈ। ਤਾਂ ਉਸ ਤੋਂ ਬਾਅਦ ਇਹ ਤਾਂ ਆਪਣੇ ਕੋਲ ਮੈਗਨੇਟ ਦੀ ਗੱਲ ਹੋਈ, ਬਟ ਇਹ ਆਪਣੇ ਕੋਲ ਕੀ ਹੈ? ਇੱਕ ਸਟ੍ਰੇਟ ਕਰੰਟ ਕੈਰਿੰਗ ਵਾਇਰ ਹੈ। ਅਗਰ ਇਸ ਦੇ ਵਿੱਚ ਆਪਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇਖਣੀ ਹੋਵੇ ਆਪਾਂ ਕਿਵੇਂ ਦੇਖ ਦਿਆਂਗੇ? ਤਾਂ ਆਪਾਂ ਕੀ ਕਰਦੇ ਆ, ਇਸ ਤੇ ਮੈਕਸਵੈਲਸ ਰਾਈਟ ਹੈਂਡ ਥੰਬ ਰੂਲ ਲਗਾਉਂਦੇ ਆ। ਉਸ ਦੇ ਅਕੋਰਡਿੰਗ ਅਗਰ ਆਪਾਂ ਆਪਣੇ ਰਾਈਟ ਹੈਂਡ ਰੂਲ ਨੂੰ ਇਸ ਤਰੀਕੇ ਨਾਲ ਪਲੇਸ ਕਰਾਂਗੇ ਤਾਂ ਦੇਖੋ ਜੋ ਥੰਬ ਹੈ ਇਹ ਕਰੰਟ ਦੀ ਡਾਇਰੈਕਸ਼ਨ ਦੇ ਰਿਹਾ। ਅਗਰ ਦੇਖੋ ਕਰੰਟ ਦੀ ਡਾਇਰੈਕਸ਼ਨ ਇਹ ਥੰਬ ਦੇ ਰਿਹਾ ਆਪਾਂ ਨੂੰ, ਤਾਂ ਜੋ ਆਪਣੀਆਂ ਫਿੰਗਰਸ ਦਾ ਕਰਲ ਹੈ, ਜਿਸ ਸਾਈਡ ਤੇ ਫਿੰਗਰ ਕਰਲ ਹੋ ਰਹੀ ਹੈ, ਇਹ ਆਪਾਂ ਨੂੰ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੱਸਦੀਆਂ ਨੇ। ਮੈਗਨੈਟਿਕ ਫੀਲਡ ਇਸ ਜੋ ਆਪਣੇ ਫਿੰਗਰਸ ਨੇ ਇਸ ਡਾਇਰੈਕਸ਼ਨ 'ਚ ਕਰਲ ਹੋ ਰਹੀਆਂ ਨੇ ਤਾਂ ਇਹ ਆਪਾਂ ਨੂੰ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੱਸ ਰਹੀਆਂ ਨੇ। ਤਾਂ ਥੰਬ ਆਪਾਂ ਨੂੰ ਕਰੰਟ ਦੀ ਡਾਇਰੈਕਸ਼ਨ ਦੱਸਦਾ ਤੇ ਫਿੰਗਰਸ ਦਾ ਕਰਲ ਆਪਾਂ ਨੂੰ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ। ਤਾਂ ਇਸ ਤਰੀਕੇ ਨਾਲ ਆਪਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਫਾਈਂਡ ਆਊਟ ਕਰ ਸਕਦੇ ਹਾਂ ਇਨ ਕੇਸ ਆਫ ਸਟ੍ਰੇਟ ਕਰੰਟ ਕੈਰਿੰਗ ਕੰਡਕਟਰ। ਤੇ ਮੈਗਨੇਟ ਦੇ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ। ਤੇ ਮੈਗਨੈਟਿਕ ਫੀਲਡ ਇੱਕ ਵੈਕਟਰ ਕੁਆਂਟੀਟੀ ਹੈ, ਬੀ ਵੈਕਟਰ ਨਾਲ ਡਿਨੋਟ ਕਰਦੇ ਹਾਂ, ਇਹਦੇ ਐਸਆਈ ਯੂਨਿਟਸ ਟੈਸਲਾ ਨੇ। ਹਾਂਜੀ, ਮੈਗਨੈਟਿਕ ਫੀਲਡ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਮੈਗਨੈਟਿਕ ਫੋਰਸ ਦੀ। ਹੁਣ ਅਗਰ ਕੋਈ ਵੀ ਚਾਰਜ, ਸਪੋਜ਼ ਆਪਾਂ ਇੱਥੇ ਪੋਜ਼ਿਟਿਵ ਚਾਰਜ ਲਿਆ, ਕੋਈ ਵੀ ਚਾਰਜ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰ ਰਿਹਾ, ਸਪੋਜ਼ ਇਹ ਪੋਜ਼ਿਟਿਵ ਚਾਰਜ ਹੈ ਉਹ ਇਸ ਡਾਇਰੈਕਸ਼ਨ 'ਚ ਮੂਵ ਕਰ ਰਿਹਾ v ਵੈਲੋਸਿਟੀ ਨਾਲ, ਠੀਕ ਹੈ। ਤਾਂ ਆਪਣੇ ਕੋਲ ਇਧਰਲੀ ਡਾਇਰੈਕਸ਼ਨ 'ਚ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ। ਸਪੋਜ਼ ਮੈਗਨੈਟਿਕ ਫੀਲਡ ਜਿਸ ਡਾਇਰੈਕਸ਼ਨ 'ਚ ਲੱਗ ਰਿਹਾ ਉਹ y ਡਾਇਰੈਕਸ਼ਨ ਹੈ, ਇਹ z ਡਾਇਰੈਕਸ਼ਨ ਹੈ ਤੇ ਇਹ x ਡਾਇਰੈਕਸ਼ਨ ਹੈ ਤੇ v ਆਪਣੇ ਕੋਲ ਇਹ ਡਾਇਰੈਕਸ਼ਨ ਹੈ ਜਿਸ ਦੇ ਵਿੱਚ ਪੋਜ਼ਿਟਿਵ ਚਾਰਜ ਮੂਵ ਕਰ ਰਿਹਾ। ਆਪਾਂ ਇਸ ਪੋਜ਼ਿਟਿਵ ਚਾਰਜ ਦੇ ਉੱਪਰ ਇਸ ਮੈਗਨੈਟਿਕ ਫੀਲਡ ਕਰਕੇ ਜੋ ਫੋਰਸ ਲੱਗ ਰਹੀ ਹੈ ਉਹ ਕੱਢਣੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੇਖੋ ਕਿ ਜੋ ਚਾਰਜ ਹੈ ਉਹ ਇਸ ਡਾਇਰੈਕਸ਼ਨ 'ਚ ਮੂਵ ਕਰ ਰਿਹਾ, ਇਹ ਚਾਰਜ ਦੀ ਡਾਇਰੈਕਸ਼ਨ ਹੈ, ਜੋ ਵੈਲੋਸਿਟੀ ਦੀ ਡਾਇਰੈਕਸ਼ਨ ਹੈ ਉਹ ਮੈਗਨੈਟਿਕ ਫੀਲਡ ਨਾਲ ਥੀਟਾ ਐਂਗਲ ਬਣਾ ਰਹੀ ਹੈ। ਤਾਂ ਇਹ ਵੈਲੋਸਿਟੀ ਦੇ ਦੋ ਕੰਪੋਨੈਂਟਸ ਹੋਣਗੇ, ਜਿਸ ਡਾਇਰੈਕਸ਼ਨ 'ਚ ਥੀਟਾ ਹੁੰਦਾ ਉਧਰ ਆਪਾਂ cos ਕੰਪੋਨੈਂਟ ਲੈਣੇ ਹੁੰਦੇ ਆ ਤੇ ਜਿਸ ਥੀਟਾ ਨਹੀਂ ਹੁੰਦਾ ਉਧਰ ਆਪਾਂ ਸਾइन ਕੰਪੋਨੈਂਟ ਲੈਣੇ ਹੁੰਦੇ ਆ। ਤਾਂ ਇਸ ਡਾਇਰੈਕਸ਼ਨ 'ਚ ਕੀ ਹੋ ਜਾਏਗਾ v cos ਥੀਟਾ ਤੇ ਇਸ ਡਾਇਰੈਕਸ਼ਨ 'ਚ ਕੀ ਹੋ ਜਾਏਗਾ v sin ਥੀਟਾ।
ਹੁਣ ਫੋਰਸ ਜੋ ਹੈ ਉਹ ਵੈਲੋਸਿਟੀ ਤੇ ਡਿਪੈਂਡ ਕਰਦਾ ਹੈ, ਪਰ ਇਸ ਕੰਪੋਨੈਂਟ ਤੇ ਜਾਂ ਇਸ ਕੰਪੋਨੈਂਟ ਤੇ। ਤਾਂ ਜਿਹੜਾ ਇਹ ਕੰਪੋਨੈਂਟ ਹੈ ਮੈਗਨੈਟਿਕ ਫੀਲਡ ਇਹ ਵੀ ਪ੍ਰੋਡਿਊਸ ਕਰੂਗਾ, ਬਟ ਜਿਹੜਾ ਇਸ ਕੰਪੋਨੈਂਟ ਦਾ ਮੈਗਨੈਟਿਕ ਫੀਲਡ ਹੈ ਉਹ ਫੋਰਸ ਦੇ ਵਿੱਚ ਕੰਟਰੀਬਿਊਟ ਨਹੀਂ ਕਰਦਾ। ਜੋ ਆਪਣੇ ਕੋਲ ਮੈਗਨੈਟਿਕ ਫੋਰਸ ਹੈ ਉਸ ਦੇ ਵਿੱਚ ਕੰਟਰੀਬਿਊਟ ਨਹੀਂ ਕਰਦਾ, ਸਿਰਫ ਇਹ ਵਾਲਾ ਜੋ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਹੈ, ਮਤਲਬ ਬੀ ਵੈਕਟਰ ਦੀ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਜੋ ਕੰਪੋਨੈਂਟ ਹੈ ਫੋਰਸ ਦੇ ਵਿੱਚ ਸਿਰਫ ਇਹ ਵਾਲਾ ਕੰਪੋਨੈਂਟ ਹੀ जो अपना ਕੰਟਰੀਬਿਊਟ ਕਰਦਾ ਹੈ। ਮਤਲਬ v cos ਥੀਟਾ ਫੋਰਸ ਦੇ ਵਿੱਚ ਕੰਟਰੀਬਿਊਟ ਨਹੀਂ ਕਰਦਾ, ਸਿਰਫ ਉਸ ਤੋਂ ਪਰਪੈਂਡੀਕੂਲਰ ਡਾਇਰੈਕਸ਼ਨ ਚ b ਵੈਕਟਰ ਤੋਂ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਵੈਲੋਸਿਟੀ ਦਾ ਜੋ ਕੰਪੋਨੈਂਟ ਹੈ v sin ਥੀਟਾ ਇਹੀ ਆਪਣੇ ਕੋਲ ਕੰਟਰੀਬਿਊਟ ਕਰਦਾ ਹੈ ਫੋਰਸ ਦੇ ਵਿੱਚ। ਤਾਂ ਫੋਰਸ ਇੱਕ ਤਾਂ ਮੈਗਨੈਟਿਕ ਫੀਲਡ ਤੇ ਤਾਂ ਡਿਪੈਂਡ ਕਰੇਗਾ ਹੀ ਕਰੇਗਾ, ਕਿੰਨਾ ਮੈਗਨੈਟਿਕ ਫੀਲਡ ਲੱਗ ਰਿਹਾ, ਇੱਕ v sin ਥੀਟਾ ਤੇ, v cos ਥੀਟਾ ਤੇ ਨਹੀਂ ਕਰੇਗਾ, ਬਿਕੋਜ਼ ਇਸ ਦੇ ਵਿੱਚ ਕਰਕੇ ਜੋ ਆਪਣੇ ਕੋਲ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਰਿਹਾ ਉਹ ਫੋਰਸ ਦੇ ਵਿੱਚ ਕੰਟਰੀਬਿਊਟ ਨਹੀਂ ਕਰਦਾ। ਇਹ ਜੋ ਫੋਰਸ ਹੈ ਉਹ ਸਿਰਫ ਇਸ ਦੇ ਪਰਪੈਂਡੀਕੂਲਰ ਕੰਪੋਨੈਂਟ ਤੇ ਮਤਲਬ v sin ਥੀਟਾ ਤੇ ਡਿਪੈਂਡ ਕਰੇਗਾ, ਤੇ ਫੋਰਸ ਚਾਰਜ ਤੇ, ਜੋ ਚਾਰਜ ਹੈ ਆਪਾਂ ਪੋਜ਼ਿਟਿਵ ਚਾਰਜ ਲਿਆ ਇਸ ਦੇ ਮੈਗਨੀਟਿਊਡ ਤੇ ਤਾਂ ਡਿਪੈਂਡ ਕਰੇਗਾ ਹੀ ਕਰੇਗਾ। ਤਾਂ ਆਪਣੇ ਕੋਲ ਜੋ ਫੋਰਸ ਹੈ ਇਹਨਾਂ ਸਾਰਿਆਂ ਨੂੰ ਕੰਬਾਈਨ ਕਰਕੇ ਕੀ ਬਣ ਗਿਆ, ਫੋਰਸ ਇਜ਼ ਇਕੁਅਲ ਟੂ q ਇੰਟੂ v इंटू b इंटू साइन थीटा। ਪ੍ਰਪੋਰਸ਼ਨੈਲਿਟੀ ਹਟਾ ਕੇ ਆਪਾਂ ਕਾਂਸਟੈਂਟ ਲਗਾਵਾਂਗੇ, ਆਪਾਂ k ਲਗਾ ਲਿਆ ਕਾਂਸਟੈਂਟ। SI ਸਿਸਟਮ ਦੇ ਵਿੱਚ ਆਪਾਂ k ਨੂੰ 1 ਹੀ ਲੈ ਲੈਣੇ ਹੁੰਨੇ ਆ, ਤਾਂ ਆਪਣੇ ਕੋਲ ਕੀ ਰਹਿ ਗਿਆ QVB sin ਥੀਟਾ। ਠੀਕ ਹੈ, QVB sin ਥੀਟਾ ਰਹਿ ਗਿਆ। ਹੁਣ ਆਪਾਂ ਨੂੰ ਇਹ ਪਤਾ ਹੈ ਕਿ ਜੋ v ਤੇ b ਵੈਲੋਸਿਟੀ ਤੇ ਮੈਗਨੈਟਿਕ ਫੀਲਡ ਇਹ ਦੋਨੋਂ ਵੈਕਟਰ ਕੁਆਂਟੀਟੀਜ਼ ਨੇ, ਆਪਾਂ ਹੁਣੇ ਡਿਸਕਸ ਕਰਕੇ ਆਏ ਹਾਂ। ਤਾਂ ਆਪਣੇ ਕੋਲ b ਵੈਕਟਰ ਤੇ v ਵੈਕਟਰ ਜਦੋਂ ਆਪਾਂ sin ਥੀਟਾ ਹਟਾ ਦਿੰਨੇ ਆ ਤਾਂ ਇਹਨਾਂ ਦੋਨਾਂ ਦੇ ਵਿੱਚ ਕੀ ਆ ਜਾਏਗੀ, ਕ੍ਰਾਸ ਪ੍ਰੋਡਕਟ ਆ ਜਾਏਗੀ ਆਪਣੇ ਕੋਲ। ਤਾਂ ਆਪਣੇ ਕੋਲ ਫੋਰਸ ਦੀ ਵੈਲਿਊ ਕੀ ਹੋਗੀ, ਫੋਰਸ ਇਜ਼ ਇਕੁਅਲ ਟੂ q v ਵੈਕਟਰ ਕ੍ਰਾਸ b ਵੈਕਟਰ। v ਮੀਨਸ ਵੈਲੋਸਿਟੀ, ਕੈਪੀਟਲ b ਮੀਨਸ ਮੈਗਨੈਟਿਕ ਫੀਲਡ। ਤਾਂ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਵੈਕਟਰ ਦੀ ਕ੍ਰਾਸ ਪ੍ਰੋਡਕਟ ਇਨਵੋਲਵ ਹੋ ਰਹੀ ਹੈ ਇਸ ਦੇ ਵਿੱਚ। ਜਦੋਂ ਵੀ ਆਪਣੇ ਕੋਲ ਕੋਈ ਵੈਕਟਰ ਦੋ ਵੈਕਟਰਸ ਦੀ ਕ੍ਰਾਸ ਪ੍ਰੋਡਕਟ ਤੇ ਡਿਪੈਂਡ ਕਰਦਾ ਹੈ ਤਾਂ ਇਹ ਜੋ ਫੋਰਸ ਹੁੰਦਾ ਹੈ ਉਹ ਕਿੱਥੇ ਲਾਈ ਕਰੇਗਾ, ਉਹ ਇਹਨਾਂ ਦੋਨਾਂ ਜੋ ਜਿਸ ਪਲੇਨ ਦੇ ਵਿੱਚ v ਵੈਕਟਰ ਤੇ b ਵੈਕਟਰ ਦੋਨੋਂ ਲਾਈ ਕਰ ਰਹੇ ਨੇ ਉਸ ਤੋਂ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਹੋਏਗਾ। ਫੋਰਸ ਵਿਲ ਬੀ ਪਰਪੈਂਡੀਕੂਲਰ ਟੂ ਡਾਇਰੈਕਸ਼ਨ ਆਫ v ਵੈਕਟਰ ਐਂਡ b ਵੈਕਟਰ। ਤਾਂ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਵੈਕਟਰ ਦੀ ਡਾਇਰੈਕਸ਼ਨ ਦੇ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਹੋਏਗਾ ਫੋਰਸ ਵੈਕਟਰ। ਬਹੁਤ ਹੀ ਇੰਪੋਰਟੈਂਟ ਲਾਈਨ ਹੈ, ਇਹ ਯਾਦ ਰੱਖਣਾ ਹੈ ਕਿ ਜੋ ਫੋਰਸ ਹੋਏਗਾ ਉਹ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਦੀ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਹੋਏਗਾ, ਬਿਕੋਜ਼ ਕ੍ਰਾਸ ਪ੍ਰੋਡਕਟ ਦੇ ਵਿੱਚ ਹਮੇਸ਼ਾ ਹੀ ਹੁੰਦਾ ਹੈ ਜਿਹੜੇ ਦੋ ਵੈਕਟਰਸ ਦੀ ਕ੍ਰਾਸ ਪ੍ਰੋਡਕਟ ਦੇ ਇਕੁਅਲ ਥਰਡ ਵੈਕਟਰ ਹੁੰਦਾ ਉਹ ਹਮੇਸ਼ਾ ਇਹਨਾਂ ਦੋਨਾਂ ਦੀ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਹੀ ਹੁੰਦਾ ਹੈ। ਤਾਂ ਹੁਣ ਆਪਣੇ ਕੋਲ ਜੋ ਇਹ ਫੋਰਸ ਦੀ ਡਾਇਰੈਕਸ਼ਨ ਹੈ ਅਗਰ ਆਪਾਂ ਫਾਈਂਡ ਆਊਟ ਕਰਨੀ ਹੋਵੇ, ਮਤਲਬ ਆਪਾਂ ਨੂੰ v ਦੀ ਡਾਇਰੈਕਸ਼ਨ ਪਤਾ ਹੋਵੇ, ਵੈਲੋਸਿਟੀ ਦੀ, ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਪਤਾ ਹੋਵੇ, ਤਾਂ ਆਪਾਂ ਯੂਜ਼ ਕਰਦੇ ਹਾਂ ਇੱਥੇ ਫਲੈਮਿੰਗਸ ਲੈਫਟ ਹੈਂਡ ਰੂਲ। ਫਲੈਮਿੰਗਸ ਲੈਫਟ ਹੈਂਡ ਰੂਲ ਯੂਜ਼ ਕਰਕੇ ਆਪਾਂ ਫੋਰਸ ਦੀ ਡਾਇਰੈਕਸ਼ਨ ਵੀ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਉਸ ਦੇ ਅਕੋਰਡਿੰਗ ਜੋ ਮਿਡਲ ਫਿੰਗਰ ਹੈ ਉਹ ਆਪਾਂ ਨੂੰ ਕਰੰਟ ਦੀ ਡਾਇਰੈਕਸ਼ਨ ਮੀਨਸ ਜਿਸ ਡਾਇਰੈਕਸ਼ਨ 'ਚ ਚਾਰਜ ਮੂਵ ਕਰ ਰਿਹਾ ਉਸ ਦੀ ਡਾਇਰੈਕਸ਼ਨ, ਤੇ ਜੋ ਆਪਣੇ ਕੋਲ ਫੋਰ ਫਿੰਗਰ ਹੈ ਉਹ ਆਪਣੇ ਕੋਲ ਕਿਸ ਦੀ ਡਾਇਰੈਕਸ਼ਨ ਦੇਗੀ, ਮੈਗਨੈਟਿਕ ਫੀਲਡ ਦੀ, ਤੇ ਜੋ ਆਪਣੇ ਕੋਲ ਥੰਬ ਹੋਏਗਾ ਉਹ ਆਪਾਂ ਨੂੰ ਫੋਰਸ ਦੀ ਡਾਇਰੈਕਸ਼ਨ ਦੱਸੇਗਾ। ਤਾਂ ਇਹ ਆਪਣੇ ਕੋਲ ਫੋਰਸ ਦਾ ਐਕਸਪ੍ਰੈਸ਼ਨ ਹੈ ਵੈਨ ਪੋਜ਼ਿਟਿਵ ਚਾਰਜ ਇਜ਼ ਮੂਵਿੰਗ ਇਨ ਦੀ ਮੈਗਨੈਟਿਕ ਫੀਲਡ। ਹੁਣ ਅਗਰ ਇੱਥੇ ਨੈਗੇਟਿਵ ਚਾਰਜ ਹੁੰਦਾ ਤਾਂ ਹੁਣ ਦੇਖੋ ਆਪਣੇ ਕੋਲ ਅਗਰ ਇੱਥੇ ਪੋਜ਼ਿਟਿਵ ਦੀ ਜਗ੍ਹਾ ਤੇ ਨੈਗੇਟਿਵ ਚਾਰਜ ਆ ਜਾਏਗਾ, ਤਾਂ ਹੁਣ ਆਪਾਂ ਕਹਿ ਰਹੇ ਹਾਂ ਕਿ ਫੋਰਸ v ਕ੍ਰਾਸ b ਮੈਗਨੈਟਿਕ ਫੀਲਡ ਕ੍ਰਾਸ ਵੈਲੋਸਿਟੀ ਵੈਕਟਰ ਦੀ ਡਾਇਰੈਕਸ਼ਨ ਦੇ ਵਿੱਚ ਹੋਏਗਾ। ਬਟ ਅਗਰ ਇੱਥੇ ਚਾਰਜ ਨੈਗੇਟਿਵ ਆ ਗਿਆ, ਪੋਜ਼ਿਟਿਵ ਦੀ ਜਗ੍ਹਾ ਤੇ ਮਾਈਨਸ ਚਾਰਜ ਆ ਗਿਆ, ਤਾਂ ਜਿਸ ਡਾਇਰੈਕਸ਼ਨ ਦੇ ਵਿੱਚ v ਕ੍ਰਾਸ b ਹੈ ਮਤਲਬ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਦੀ ਕ੍ਰਾਸ ਪ੍ਰੋਡਕਟ ਦੀ ਜੋ ਡਾਇਰੈਕਸ਼ਨ ਹੈ ਉਸ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋ ਜਾਏਗਾ ਫੋਰਸ ਡਿਊ ਟੂ ਦਿਸ ਨੈਗੇਟਿਵ ਸਾਈਨ। ਹੁਣ ਆਪਾਂ ਫੋਰਸ ਦੀ ਡਾਇਰੈਕਸ਼ਨ ਇਹ ਵੀ ਕਹਿ ਸਕਦੇ ਹਾਂ ਕਿ v ਕ੍ਰਾਸ b ਵਾਲੀ ਡਾਇਰੈਕਸ਼ਨ 'ਚ ਹੈ, ਮਤਲਬ ਦੋਨਾਂ ਦੀ ਕ੍ਰਾਸ ਪ੍ਰੋਡਕਟ ਦੀ ਡਾਇਰੈਕਸ਼ਨ ਦੇ ਵਿੱਚ ਹੈ। ਅਗਰ ਕੱਲੇ ਕੱਲੇ ਦੀ ਗੱਲ ਕਰੀਏ ਇੰਡੀਪੈਂਡੈਂਟਲੀ ਤਾਂ ਫੋਰਸ ਇਸ ਦੇ ਵੀ ਪਰਪੈਂਡੀਕੂਲਰ ਹੋਏਗਾ, ਇਸ ਦੇ ਵੀ। ਇਹਨਾਂ ਦੋਨਾਂ ਦੀ ਕ੍ਰਾਸ ਪ੍ਰੋਡਕਟ ਇਹਨਾਂ ਦੋਨਾਂ ਦੇ ਪਰਪੈਂਡੀਕੂਲਰ ਡਾਇਰੈਕਸ਼ਨ ਹੀ ਦਿੰਦੀ ਹੈ, ਇਸ ਲਈ ਆਪਾਂ ਕਹਿੰਦੇ ਹਾਂ ਕਿ v ਕ੍ਰਾਸ b ਫੋਰਸ ਦੀ ਡਾਇਰੈਕਸ਼ਨ ਦੇ ਰਿਹਾ ਹੈ। ਠੀਕ ਹੈ, ਜਿਵੇਂ ਸਪੋਜ਼ ਆਪਣੇ ਕੋਲ v j ਡਾਇਰੈਕਸ਼ਨ 'ਚ ਹੈ ਤੇ ਜੋ ਮੈਗਨੈਟਿਕ ਫੀਲਡ ਹੈ ਉਹ k ਡਾਇਰੈਕਸ਼ਨ 'ਚ ਹੈ, ਤਾਂ ਇਹਨਾਂ ਦੋਨਾਂ ਦੀ ਕ੍ਰਾਸ ਪ੍ਰੋਡਕਟ ਆਪਾਂ ਨੂੰ ਕਿਹੜੀ ਡਾਇਰੈਕਸ਼ਨ ਦਊਗੀ, i ਡਾਇਰੈਕਸ਼ਨ ਦਊਗੀ ਨਾ। ਤਾਂ i ਡਾਇਰੈਕਸ਼ਨ ਦੇ ਵਿੱਚ ਫੋਰਸ ਹੋਊਗਾ, ਤਾਂ ਇਹਨਾਂ ਦੋਨਾਂ ਦੀ ਕ੍ਰਾਸ ਪ੍ਰੋਡਕਟ ਵਾਲੀ ਡਾਇਰੈਕਸ਼ਨ 'ਚ ਹੀ ਫੋਰਸ ਹੋ ਗਿਆ। ਪਰ ਜੇ ਇੰਡੀਪੈਂਡੈਂਟਲੀ ਗੱਲ ਕਰੀਏ ਤਾਂ ਜਿਹੜਾ ਫੋਰਸ ਹੈ i ਕੈਪ ਹੈ ਉਹ j ਦੇ ਵੀ ਪਰਪੈਂਡੀਕੂਲਰ ਹੈ ਤੇ ਉਹ b ਦੇ ਵੀ ਮਤਲਬ k ਦੇ ਵੀ ਪਰਪੈਂਡੀਕੂਲਰ ਹੈ, ਮਤਲਬ ਉਹ ਵੈਲੋਸਿਟੀ ਵੈਕਟਰ ਦੇ ਵੀ ਪਰਪੈਂਡੀਕੂਲਰ ਹੈ
ਮੈਗਨੈਟਿਕ ਫੀਲਡ ਦੇ ਵੀ ਪਰਪੈਂਡੀਕੂਲਰ ਹੈ, ਬਟ ਫੋਰਸ ਇਹਨਾਂ ਦੋਨਾਂ ਦੀ ਕ੍ਰਾਸ ਪ੍ਰੋਡਕਟ ਵਾਲੀ ਡਾਇਰੈਕਸ਼ਨ ਦੇ ਵਿੱਚ ਹੋਏਗਾ। ਤਾਂ ਜਿਹੜਾ ਫੋਰਸ ਹੈ ਇਹ ਦੋਨਾਂ ਦੇ ਪਰਪੈਂਡੀਕੂਲਰ ਹੈ, v ਵੈਕਟਰ ਦੇ ਵੀ ਤੇ ਮੈਗਨੈਟਿਕ ਫੀਲਡ ਦੇ ਵੀ। ਤਾਂ ਜਿਹੜਾ ਫੋਰਸ ਹੋਊਗਾ ਉਹ ਪਾਰਟੀਕਲ ਨੂੰ ਸਰਕਲਸ ਦੇ ਵਿੱਚ ਮੂਵ ਕਰੂਗਾ, ਲਾਈਕ ਦਿਸ, ਇਸ ਤਰੀਕੇ ਨਾਲ ਸਰਕਲਸ ਦੇ ਵਿੱਚ ਮੂਵ ਕਰੂਗਾ। ਜਦੋਂ ਕਾਫੀ ਸਾਰੇ ਸਰਕਲਸ ਦੇ ਵਿੱਚ ਐਵੇਂ ਮੂਵ ਕਰੇਗਾ ਤਾਂ ਇਸ ਨੂੰ ਆਪਾਂ ਕਹਿੰਦੇ ਆ ਪਾਥ ਉਹਦਾ ਹੈਲੀਕਲ ਹੋਏਗਾ। ਇਸ ਤਰੀਕੇ ਦਾ ਪਾਥ ਨੂੰ ਆਪਾਂ ਕਹਿੰਦੇ ਆ ਹੈਲੀਕਲ ਪਾਥ। ਤਾਂ ਇਹ ਵੀ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਅਗਰ ਕਿਸੇ ਵੀ ਚਾਰਜ ਨੂੰ ਆਪਾਂ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰਵਾਈਏ ਤਾਂ ਉਸ ਚਾਰਜ ਦਾ ਕਿਹੜਾ ਪਾਥ ਹੋਏਗਾ, ਤਾਂ ਉਸ ਦਾ ਹੋਏਗਾ ਹੈਲੀਕਲ ਪਾਥ। ਮੋਸਟ ਇੰਪੋਰਟੈਂਟ ਪੁਆਇੰਟ ਹੈ ਇਹ। ਤਾਂ ਹਾਂਜੀ ਦੇਖੋ, ਪਾਥ ਹੈਲੀਕਲ ਹੋਏਗਾ ਮੀਨਸ ਪਾਰਟੀਕਲ ਹੈ ਜੋ ਸਰਕੂਲਰ ਮੋਸ਼ਨ ਹੋ ਰਿਹਾ ਉਸ ਦੇ ਵਿੱਚ। ਤਾਂ ਅਗਰ ਕਿਸੇ ਵੀ ਚਾਰਜ ਨੂੰ ਜਾਂ ਕਿਸੇ ਵੀ ਪਾਰਟੀਕਲ ਨੂੰ ਆਪਾਂ ਸਰਕੂਲਰ ਪਾਥ ਦੇ ਵਿੱਚ ਮੂਵ ਕਰਵਾਉਣਾ ਹੋਵੇ ਤਾਂ ਉਸ ਦੇ ਉੱਪਰ ਜੋ ਫੋਰਸ ਲੱਗ ਰਹੀ ਹੈ ਮੈਗਨੈਟਿਕ ਫੋਰਸ ਤੇ ਉਹਦੀ ਸੈਂਟਰੀਪੀਟਲ ਫੋਰਸ ਇਕੁਅਲ ਹੋਏਗੀ। ਮੀਨਸ ਮੈਗਨੈਟਿਕ ਫੋਰਸ ਨੂੰ ਬੈਲੈਂਸ ਕਰਨ ਲਈ ਉੱਥੇ ਇੱਕ ਸੈਂਟਰੀਪੀਟਲ ਫੋਰਸ ਵੀ ਜ਼ਰੂਰ ਹੋਏਗੀ। ਇਹ ਆਪਾਂ ਮਤਲਬ ਕੀਤਾ ਹੋਇਆ ਕਿ ਅਗਰ ਕਿਸੇ ਵੀ ਪਾਰਟੀਕਲ ਨੂੰ ਆਪਾਂ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰਵਾਉਣਾ ਹੋਵੇ ਤਾਂ ਉਹਦੇ ਉੱਪਰ ਸੈਂਟਰੀਪੀਟਲ ਫੋਰਸ ਜ਼ਰੂਰ ਲੱਗ ਰਹੀ ਹੁੰਦੀ ਹੈ। ਤਾਂ ਮੈਗਨੈਟਿਕ ਫੋਰਸ ਆਪਾਂ ਫਾਈਂਡ ਆਊਟ ਕਰਕੇ ਆਏ ਆ ਕੀ ਹੈ ਮੈਗਨੈਟਿਕ ਫੋਰਸ ਦੀ ਵੈਲਿਊ ਆਪਣੇ ਕੋਲ QVB sin ਥੀਟਾ। QVB sin ਥੀਟਾ ਆਪਣੇ ਕੋਲ ਮੈਗਨੈਟਿਕ ਫੋਰਸ ਦੀ ਵੈਲਿਊ ਤੇ ਸੈਂਟਰੀਪੀਟਲ ਫੋਰਸ, ਬਟ ਆਪਾਂ ਵੈਲੋਸਿਟੀ ਕਿਹੜੀ ਲੈ ਕੇ ਚੱਲਾਂਗੇ, V sin ਥੀਟਾ, क्योंकि अपने को केड़ी वेलोसिटी है मतलब v cos थीटा तो कंट्रीब्यूट ही नहीं कर रहा, सिर्फ v sin थीटा कंट्रीब्यूट कर रहा है। सेंट्रीपिटल फोर्स होंगी है mv स्क्वायर अपॉन r। तो इत्थे भी जो वेलोसिटी है आप उस जगह ते v sin थीटा ही लेके चलांगे बिकॉज फोर्स नु सिर्फ v sin थीटा वाला कंपोनेंट ही कंट्रीब्यूट कर रहे हैं। तो आप मैगनैटिक फोर्स एक्सप्रैशन लिखा सेंट्रीपिटल फोर्स mv स्क्वायर अपॉन r, उस v की वैल्यू v sin थीटा लेके चले। तो अपने को v sin थीटा की वैल्यू आप फाइंड आउट कर ली इन टर्म्स ऑफ Q, R, B and M. What is Q charge? What is R? R is the radius of the circular path. जो भी circular path होएगा उसकी radius कितनी होएगी। B magnetic field, M is the mass of charged particle। जो भी charged particle है M उसका mass है। ਤਾਂ ਇਹ ਆਪਣੇ ਕੋਲ ਐਕਸਪ੍ਰੈਸ਼ਨਸ ਨੇ ਨੂਮੈਰੀਕਲਸ ਦੇ ਵਿੱਚ ਯੂਜ਼ ਹੋ ਸਕਦੇ ਨੇ, ਤਾਂ ਇਹਨਾਂ ਨੂੰ ਆਪਾਂ ਨੂੰ ਕਲੀਅਰ ਹੋਣੇ ਚਾਹੀਦੇ ਨੇ ਸਾਰੇ ਐਕਸਪ੍ਰੈਸ਼ਨਸ ਕਿ v sin ਥੀਟਾ ਦੀ ਵੈਲਿਊ ਕੀ ਹੋਏਗੀ। ਹੁਣ ਜੋ ਟਾਈਮ ਪੀਰੀਅਡ ਹੈ, ਟਾਈਮ ਪੀਰੀਅਡ ਮੀਨਸ ਆਪਣੇ ਕੋਲ ਜੋ ਪਾਰਟੀਕਲ ਹੈ ਉਸ ਨੂੰ ਸਰਕੂਲਰ ਪਾਥ ਕੰਪਲੀਟ ਕਰਨ ਦੇ ਵਿੱਚ ਟੋਟਲ ਕਿੰਨਾ ਟਾਈਮ ਲੱਗਦਾ ਹੈ, ਉਹ ਹੋਏਗਾ 2πr अपॉन v ਦੇ ਇਕੁਅਲ। ਮੀਨਸ ਆਪਣੇ ਕੋਲ ਜੋ ਸਰਕਲ ਹੈ ਉਸਦਾ ਸਰਕਮਫਰੈਂਸ ਡਿਸਟੈਂਸ ਦੇ ਇਕੁਅਲ ਹੋਏਗਾ। ਡਿਸਟੈਂਸ अपॉन ਵੈਲੋਸਿਟੀ ਕਰਕੇ ਟਾਈਮ ਫਾਈਂਡ ਆਊਟ ਕਰਦੇ ਹਾਂ, ਸਰਕਲ ਦਾ ਸਰਕਮਫਰੈਂਸ ਡਿਸਟੈਂਸ ਹੋ ਗਿਆ ਮਤਲਬ 2πr। ਤੇ ਵੈਲੋਸਿਟੀ ਆਪਾਂ ਕਿਹੜੀ ਲੈ ਕੇ ਚੱਲਾਂਗੇ, ਸਿਰਫ v sin ਥੀਟਾ ਬਿਕॉज cos ਕੰਪੋਨੈਂਟ ਵਿਲ ਨਾਟ ਕੰਟਰੀਬਿਊਟ ਟੂ ਇਟ। ਤਾਂ ਆਪਣੇ ਕੋਲ 2πr अपॉन v sin ਥੀਟਾ ਦੀ ਵੈਲਿਊ ਆਪਾਂ ਹੁਣੀ ਫਾਈਂਡ ਆਊਟ ਕਰਕੇ ਆਏ, ਆਪਾਂ ਵੈਲਿਊ ਪੁੱਟ ਕਰਤੀ। ਤਾਂ ਇਹ ਆਪਣੇ ਕੋਲ टाइम पीरियड का एक्सप्रेशन आ गया 2πm अपॉन QB। उस बार नेक्स्ट पॉइंट है अपने को एंगुलर फ्रीक्वेंसी। एंगुलर फ्रीक्वेंसी इज इक्वल टू 2π अपॉन t। t इज टाइम पीरियड जो आप फाइंड आउट करके आए वैल्यूज पुट की। तो अपने को एंगुलर फ्रीक्वेंसी की वैल्यू की आ गई QB अपॉन m। सारिया टर्म्स क्लीयर ने थोनू। उस बाद पिच ऑफ दी हेलिक्स। पिच ऑफ दी हेलिक्स मीनस लॉन्गेस्ट जो लीनियर डिस्टेंस है पार्टिकल ने किन्नी कवर की है, मतलब हेलिकल पाथ होने इस तरीके का पाथ फॉलो किया, इस तरीके का पाथ फॉलो करके वो सपोज इस पॉइंट ते पहुंच रहा, बट ये लीनियर डिस्टेंस किन्नी कवर की आ लीनियर डिस्टेंस इसनू बोलते हैं पिच। किस पॉइंट तो किस पॉइंट ते पहुंच गया, लीनियर डिस्टेंस नूं आपां पिच बोलते हैं। ਤਾਂ ਹੁਣ ਪਿਚ ਕਾਦੇ ਇਕੁਅਲ ਹੋਏਗੀ, ਪਿਚ ਜੋ ਡਿਸਟੈਂਸ ਹੁੰਦੀ ਹੈ ਉਹ ਵੈਲੋਸਿਟੀ ਇਨਟੂ ਟਾਈਮ ਦੇ ਇਕੁਅਲ ਹੁੰਦੀ ਹੈ, ਬਟ ਇੱਥੇ ਆਪਾਂ ਵੈਲੋਸਿਟੀ v cos ਥੀਟਾ ਲੈ ਕੇ ਚੱਲਾਂਗੇ। ਕਿਉਂ ਲੈ ਕੇ ਚੱਲਾਂਗੇ, ਬਿਕੋਜ਼ ਲੀਨੀਅਰ ਡਿਸਟੈਂਸ ਦੀ ਗੱਲ ਹੋ ਰਹੀ ਹੈ। ਤਾਂ ਇਸ ਡਾਇਰੈਕਸ਼ਨ ਦੇ ਵਿੱਚ ਤਾਂ cos ਕੰਪੋਨੈਂਟ ਹੀ ਸੀ, ਆਪਾਂ ਡਾਇਰੈਕਸ਼ਨ जो डायग्राम की है इस डायरेक्शन ਦੇ ਵਿੱਚ ਤਾਂ cos ਕੰਪੋਨੈਂਟ ਹੀ ਸੀ, sin ਕੰਪੋਨੈਂਟ ਇਸ ਡਾਇਰੈਕਸ਼ਨ 'ਚ ਸੀ। ਜੋ ਲੀਨੀਅਰ ਡਿਸਟੈਂਸ ਦੀ ਗੱਲ ਕਰਾਂਗੇ ਤਾਂ ਆਪਾਂ ਇਸ ਡਾਇਰੈਕਸ਼ਨ ਵਾਲਾ ਵੈਲੋਸਿਟੀ ਕੰਪੋਨੈਂਟ ਹੀ ਲੈ ਕੇ ਚੱਲਾਂਗੇ v cos ਥੀਟਾ। v cos ਥੀਟਾ ਇਨਟੂ ਟਾਈਮ ਪੀਰੀਅਡ ਦੀ ਵੈਲਿਊ ਆਪਾਂ ਫਾਈਂਡ ਆਊਟ ਕੀਤੀ ਹੈ, ਉਹ ਵੈਲਿਊਜ਼ ਪੁੱਟ ਕਰਕੇ ਆਪਣੇ ਕੋਲ ਕੀ ਆ ਗਿਆ ਪਿਚ। ਤਾਂ ਇਹ ਸਾਰੇ ਐਕਸਪ੍ਰੈਸ਼ਨਸ ਐਜ਼ ਇਟ ਇਜ਼ ਹੀ ਪਤਾ ਹੋਣੇ ਚਾਹੀਦੇ ਨੇ ਬਿਕੋਜ਼ ਐਗਜ਼ਾਮ ਦੇ ਵਿੱਚ ਐਕਸਪ੍ਰੈਸ਼ਨ ਹੀ ਪੁੱਛ ਸਕਦੇ ਨੇ ਕਿ ਪਿਚ ਦਾ ਕਿਹੜਾ ਹੈ ਤੇ ਐਂਗੂਲਰ ਫ੍ਰੀਕੁਐਂਸੀ ਦਾ ਕਿਹੜਾ ਜਾਂ ਫਿਰ ਨੂਮੈਰੀਕਲੀ ਯੂਜ਼ ਹੋ ਸਕਦੇ ਨੇ। ਤਾਂ ਆਪਾਂ ਨੂੰ ਇਹ ਸਾਰੇ ਐਕਸਪ੍ਰੈਸ਼ਨਸ ਕਲੀਅਰ ਹੋਣੇ ਚਾਹੀਦੇ ਨੇ। ਹੁਣ ਆਪਾਂ ਫੋਰਸ ਫਾਈਂਡ ਆਊਟ ਕੀਤਾ ਸੀ, ਕੁਝ ਸਪੈਸ਼ਲ ਕੇਸਿਸ ਜੋ ਆਪਣੇ ਰਹਿ ਗਏ ਆਪਾਂ ਡਿਸਕਸ ਕਰ ਲਈਏ। QVB sin ਥੀਟਾ। ਹੁਣ ਜੋ ਆਪਾਂ ਇਹ ਵੀ ਕਹਿ ਸਕਦੇ ਹਾਂ QV ਵੈਕਟਰ ਕ੍ਰਾਸ B ਵੈਕਟਰ, ਜੋ ਥੀਟਾ ਹੈ ਉਹ ਵੈਲੋਸਿਟੀ ਤੇ ਮੈਗਨੈਟਿਕ ਫੀਲਡ ਦੇ ਵਿੱਚ ਐਂਗਲ ਹੈ। ਅਗਰ ਥੀਟਾ 0 ਹੈ, थीटा 0 मीनस वेलोसिटी मतलब पार्टिकल मूव भी इसी डायरेक्शन कर रहे हैं ते मैगनैटिक फील्ड भी उसी डायरेक्शन लग रहा है। थीटा 0 मीनस मैगनैटिक फील्ड ते वेलोसिटी सेम डायरेक्शन, तो उस टाइम ते फोर्स भी की होएगा 0। मतलब अगर पार्टिकल ते
ਉਸੀ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਤੇ ਮੈਗਨੈਟਿਕ ਫੀਲਡ ਵੀ ਉਸੀ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਤਾਂ ਉੱਥੇ ਆਪਣੇ ਕੋਲ ਫੋਰਸ ਕੀ ਹੋਏਗਾ 0 ਹੋਏਗਾ। ਇਹ ਸਾਰੇ ਕੁਐਸਚਨਸ ਥਿਓਰੈਟਿਕਲੀ ਆਪਾਂ ਨੂੰ ਕਿਸੇ ਵੀ ਵੇ ਨਾਲ ਪੁੱਛ ਸਕਦੇ ਨੇ ਘੁਮਾ ਫਿਰਾ ਕੇ, ਤਾਂ ਆਪਾਂ ਨੂੰ ਇਹ ਕਨਸੈਪਟਸ ਕਲੀਅਰ ਹੋਣ ਤਾਂ ਆਪਾਂ MCQs ਆਰਾਮ ਨਾਲ ਸੋਲਵ ਕਰ ਸਕਦੇ ਹਾਂ। ਤਾਂ ਆਪਣੇ ਕੋਲ ਥੀਟਾ ਦੀ ਵੈਲਿਊ ਅਗਰ 180 ਹੈ मतलब पार्टिकल जो है ਉਹਦੀ ਵੈਲੋਸਿਟੀ ਇਸ ਡਾਇਰੈਕਸ਼ਨ 'ਚ ਹੈ, ਮੈਗਨੈਟਿਕ ਫੀਲਡ ਇਸ ਡਾਇਰੈਕਸ਼ਨ 'ਚ ਹੈ। मतलब ਮੈਗਨੈਟਿਕ ਫੀਲਡ ਤੇ ਵੈਲੋਸਿਟੀ ਦੋਨੋਂ ਇੱਕ ਦੂਜੇ ਦੇ ਆਪੋਜ਼ਿਟ ਡਾਇਰੈਕਸ਼ਨ 'ਚ ਐਕਟ ਕਰ ਰਹੇ ਨੇ। ਸਾਈਨ 180 ਕੀ ਹੁੰਦਾ 0 ਤਾਂ ਅਗੇਨ ਫੋਰਸ ਕੀ ਹੋ ਜਾਏਗਾ 0। ਅਗਰ ਪਾਰਟੀਕਲ ਤੇ ਮੈਗਨੈਟ ਦੀ ਵੈਲੋਸਿਟੀ ਤੇ ਮੈਗਨੈਟਿਕ ਫੀਲਡ ਆਪੋਜ਼ਿਟ ਡਾਇਰੈਕਸ਼ਨ 'ਚ ਨੇ ਉਦੋਂ ਵੀ ਆਪਣੇ ਕੋਲ ਫੋਰਸ ਕੀ ਹੋਏਗਾ 0। ਬਟ ਅਗਰ ਥੀਟਾ 90 ਡਿਗਰੀ ਹੈ, ਥੀਟਾ 90 ਹੈ, ਸਾइन 90 ਕੀ ਹੁੰਦਾ 1 ਤਾਂ ਫੋਰਸ ਇਜ਼ ਇਕੁਅਲ ਟੂ QVB। ਆਪਣੇ ਕੋਲ ਸਾइन ਥੀਟਾ ਦੀ ਮੈਕਸਿਮਮ ਵੈਲਿਊ 1 ਹੀ ਹੁੰਦੀ ਹੈ ਤਾਂ ਆਪਣੇ ਕੋਲ ਇੱਥੇ ਮੈਕਸਿਮਮ ਵੈਲਿਊ ਪੁੱਟ ਕਰਤੀ ਤਾਂ ਆਪਣੇ ਕੋਲ ਫੋਰਸ ਕੀ ਹੋਏਗਾ ਇੱਥੇ ਮੈਕਸਿਮਮ ਹੋਏਗਾ, ਇੱਥੇ ਕੀ ਹੋਏਗਾ ਮਿਨੀਮਮ। ਤੇ ਇੱਥੇ ਆਪਣੇ ਕੋਲ ਮੈਕਸਿਮਮ ਤੇ ਫੋਰਸ ਦੀ ਮੈਕਸਿਮਮ ਵੈਲਿਊ ਆਪਣੇ ਕੋਲ ਕਦੋਂ ਹੋਏਗੀ ਜਦੋਂ ਥੀਟਾ ਕੀ ਹੋਏਗਾ 90 ਡਿਗਰੀ। ਸੌਰੀ ਮਿਨੀਮਮ ਆਪਣੇ ਕੋਲ ਉਦੋਂ ਹੋਏਗਾ ਜਦੋਂ ਆਪਣੇ ਕੋਲ ਥੀਟਾ ਮਾਈਨਸ ਦੇ मतलब ਆਪਣੇ ਕੋਲ ਜੋ ਥੀਟਾ ਹੈ ਅਗਰ ਆਪਣੇ ਕੋਲ ਸਾइन ਮਾਈਨਸ π/2 ਲਵਾਂਗੇ ਆਪਾਂ ਫਿਰ ਆਪਣੇ ਕੋਲ ਫੋਰਸ ਦੀ ਵੈਲਿਊ ਨੈਗੇਟਿਵ ਦੇ ਵਿੱਚ ਵੀ ਆਏਗੀ ਨਾ ਤਾਂ ਮਿਨੀਮਮ ਇਹਨਾਂ ਤੇ ਨਹੀਂ ਲਵਾਂਗੇ। ਬਸ ਜਦੋਂ ਥੀਟਾ 0 ਹੈ थीटा 180 है उस टाइम पे फोर्स की हो जाएगा अपने को 0। अगर थीटा 90 है तो फोर्स मैक्सिमम भी हो जाएगा तो वैल्यू QVB। ये भी क्वेश्चन बनता है व्हेन फोर्स विल बी मैक्सिमम if a charged particle is moving in magnetic field then we will say that for theta is equal to 90 degree, that is when particle is moving in the direction perpendicular to magnetic field ਤਾਂ उस टाइम पे अपने को फोर्स की होएगा मैक्सिमम होएगा। ਤਾਂ ਹਾਂਜੀ ਇਹ ਆਪਣੇ ਕੋਲ ਮੈਗਨੈਟਿਕ ਫੋਰਸ ਦਾ ਟੌਪਿਕ ਸੀ ਤੇ ਇਸ ਦੇ ਨਾਲ ਰਿਲੇਟਡ ਕੁਝ ਪੁਆਇੰਟਸ ਆਪਾਂ ਕੀਤੇ ਨੇ। ਸਾਰੇ ਪੁਆਇੰਟਸ ਤੁਸੀਂ ਨੋਟ ਕਰ ਲਓਗੇ, ਬਹੁਤ ਇੰਪੋਰਟੈਂਟ ਨੇ। ਐਕਸਪ੍ਰੈਸ਼ਨ ਐਜ਼ ਵੈਲ ਐਜ਼ ਜੋ ਵੀ ਆਪਾਂ ਇਹਨਾਂ ਦੇ ਬਾਰੇ ਕੁਝ ਥਿਓਰੈਟੀਕਲ ਚੀਜ਼ਾਂ ਡਿਸਕਸ ਕੀਤੀਆਂ ਨੇ ਸਾਰੀਆਂ ਹੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਹਾਂਜੀ ਹੁਣ ਆਪਾਂ ਐਕਸਪ੍ਰੈਸ਼ਨ ਫਾਈਂਡ ਆਊਟ ਕਰ ਲਿਆ ਸੀ। ਅਗਰ ਕੋਈ ਵੀ ਪਾਰਟੀਕਲ ਸਿਰਫ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰ ਰਿਹਾ ਤਾਂ ਉਸ ਦੇ ਉੱਪਰ ਇਹ ਫੋਰਸ ਹੋਏਗੀ। बट अगर कोई भी पार्टिकल मैगनैटिक लॉरेंट्स फोर्स मतलब मैगनैटिक फील्ड ते इलैक्ट्रिक फील्ड दोनों के इफेक्ट के अंडर मूव कर रहा होवे तो उसके उपर टोटल फोर्स है जो लॉरेंट्स फोर्स जिसनों बोलते हैं वो किससे इक्वल होएगी इलैक्ट्रिक फोर्स प्लस मैगनैटिक फोर्स से इक्वल। इलैक्ट्रिक फोर्स का एक्सप्रैशन आप पहला ही फाइंड आउट किया होया QE वैक्टर हुंदा है ਤੇ ਮੈਗਨੈਟਿਕ ਫੋਰਸ ਆਪਣੇ ਕੋਲ ਕੀ ਆ ਗਿਆ ਸੀ ਐਕਸਪ੍ਰੈਸ਼ਨ QV ਵੈਕਟਰ ਕ੍ਰਾਸ B ਵੈਕਟਰ। ਇਹਨਾਂ ਦੇ ਵਿੱਚੋਂ ਅਗਰ ਆਪਾਂ Q ਕਾਮਨ ਕੱਢਦੇ ਆ ਤਾਂ ਆਪਣੇ ਕੋਲ ਇੱਥੇ ਕੀ ਬਚ ਜਾਂਦਾ E ਵੈਕਟਰ ਪਲਸ V ਕ੍ਰਾਸ B। ਤਾਂ ਇਹ ਆਪਣੇ ਕੋਲ ਟੋਟਲ ਫੋਰਸ ਦੀ ਵੈਲਿਊ ਆ ਗਈ ਜਦੋਂ ਕੋਈ ਵੀ ਪਾਰਟੀਕਲ अंडर द इफेक्ट ऑफ मैगनैटिक फोर्स ते इलैक्ट्रिक फोर्स दोनों के इफेक्ट मैगनैटिक फील्ड ते इलैक्ट्रिक फील्ड दोनों के इफेक्ट के अंडर मूव कर रहे हैं तो उसके उपर टोटल जो फोर्स लगता है उसका एक्सप्रैशन है तो जिसनों आप लॉरेंट्स फोर्स भी बोलते हैं। तो हुण आपां एक चार्ज के उपर जो फोर्स लगती है वो तो फाइंड आउट कर ली। हुण अपने कोल नैक्सट जो टॉपिक है वो है मैगनैटिक फोर्स ऑन अ करंट कैरिंग वायर। अगर कोई वायर है जिसकी लेंथ L है उसदे विच I करंट फ्लो कर रहा है तो उसदे विच कोई थिकनेस भी होएगी ओहदी ते ओहदा एरिया ऑफ क्रॉस सैक्शन की है A तो उसदे विच I करंट फ्लो कर रहा है तो उसनू अगर आपां इस मैगनैटिक फील्ड के इफेक्ट दे विच रखता तो इस वायर के उपर कितना फोर्स लगेगा वो आपां फाइंड आउट करना है। सपोज अपने कोल वायर की लेंथ L है, A उसका एरिया ऑफ क्रॉस सैक्शन है तो अपने कोल वॉल्यूम एरिया इंटू लेंथ के इक्वल होएगी तो वॉल्यूम कादे इक्वल हो जाएगी A इंटू L। ਤਾਂ ਹੁਣ ਅਗਰ ਆਪਾਂ ਗੱਲ ਕਰੀਏ ਵੀ 1 ਯੂਨਿਟ ਵੋਲਿਊਮ ਦੇ ਵਿੱਚ n ਇਲੈਕਟ੍ਰੋਨਸ ਪਏ ਨੇ, 1 ਯੂਨਿਟ ਵੋਲਿਊਮ ਚ n ਇਲੈਕਟ੍ਰੋਨਸ ਨੇ ਤਾਂ ਆਪਣੇ ਕੋਲ ਪੂਰੀ ਉਸ 1 ਯੂਨਿਟ ਵੋਲਿਊਮ ਦੇ ਵਿੱਚ ਚਾਰਜ ਕਿੰਨਾ ਹੋ ਗਿਆ ਤਾਂ ਉਸ ਦੇ ਵਿੱਚ n ਇਲੈਕਟ੍ਰੋਨਸ ਪਏ ਨੇ। 1 ਇਲੈਕਟ੍ਰੋਨ ਦੇ ਉੱਪਰ ਚਾਰਜ E ਹੈ ਤਾਂ ਟੋਟਲ ਚਾਰਜ ਕਿੰਨਾ ਹੋ ਜਾਏਗਾ Ne। टोटल चार्ज है क्वांटाइजेशन दे विच कीता सी आपां जदों प्रॉपर्टीज ऑफ चार्ज कीतियां सी कि नंबर ऑफ चार्जेस मल्टीप्लाई बाय चार्ज ऑन वन पार्टिकल इज इक्वल टू टोटल चार्ज। तब पर यूनिट वॉल्यूम आया 1 यूनिट वॉल्यूम च टोटल वॉल्यूम कितनी है A इंटू L। तो आपां टोटल वॉल्यूम च चार्ज फाइंड आउट किया तो कितना आ गया NE A इंटू
L। उस बाद चार्ज पता लग गया, करंट कढ़ना, करंट इज इक्वल टू चार्ज अपॉन टाइम। तो चार्ज अपने को है टाइम की वैल्यू नाल डिवाइड करता L अपॉन टी, लेंथ अपॉन टाइम अपने को आ जाएगी वेलोसिटी। तो ये अपने को ड्रिफ्ट वेलोसिटी भी कह सकते हैं आप चार्जिज की। तो ये अपने को आई का एक्सप्रैशन है करंट का, जो कि आप पहला भी फाइंड आउट किया हुआ है। ठीक है, इन्हू आप यूज करांगे अगे। हुण अगर आपां देखिए एक चार्ज के उपर कोई भी कोई भी चार्ज है, एक चार्ज के उपर जो फोर्स है वो आपां फाइंड आउट की है कि चार्ज के उपर जो फोर्स हुंदी है वो क्यू वी वैक्टर क्रॉस बी वैक्टर के इक्वल हुंदी है। बट क्यू अपने को टोटल चार्ज है जो वो के इक्वल है, क्योंकि आपां सिर्फ एक चार्ज की गल कर रहे हैं। एक चार्ज के विच अपने को कितना चार्ज है तो एक चार्ज के उपर इन्ना फोर्स लग रहा है। टोटल जी पूरी वायर होगी उसके उपर कितना फोर्स लगूगा, उसनों आपां किवें कढांगे, उसनों आपां इस वायर दे विच किन्ने नंबर ऑफ चार्जिस पए ने उन्हों एक चार्ज के फोर्स नाल की कर दांगे, मल्टीप्लाई कर दांगे। तो इस वायर दे विच किन्ने नंबर ऑफ चार्जिस पए ने, एक यूनिट वॉल्यूम च अपने कोल n चार्जिस ने। तो टोटल वॉल्यूम मतलब AL वॉल्यूम नाल जो मल्टीप्लाई कर दांगे ये अपने कोल आ जाएंगे टोटल नंबर ऑफ चार्जिस। एक यूनिट वॉल्यूम के नंबर ऑफ चार्जिस नू पूरी वॉल्यूम नाल मल्टीप्लाई कर देंगे तो अपने को टोटल नंबर ऑफ चार्जिस आ जाएंगे NaL E V वैक्टर क्रॉस B वैक्टर। V क्रॉस B VB साइन थीटा के इक्वल हो जाएगा। हुण देखो इत्थे अपने कोल की है NaLE VB, ये सारिया टर्म्स ने, बट जो N मल्टीप्लाई E मल्टीप्लाई A मल्टीप्लाई VD ये किसके इक्वल है, ड्रिफ्ट करंट के इक्वल। आप ऊपर एक्सप्रैशन फाइंड आउट करके आए हैं। तो इसनू हटा देंगे, इसनू हटा देंगे तो आ दोनों टर्म्स नू हटा देंगे। इन्हां दी जगह ते की लिख देंगे ILB साइन थीटा। हुण ये तो पता है कि आई तो की हुंदी है, एक स्केलर क्वांटिटी है, चाहे इसकी डायरैक्शन हैगी है मतलब हुंदी है, बट ये स्केलर टेंसर क्वांटिटी कह सकते हैं, इसनू वैक्टर क्वांटिटी नहीं हैगी। ये भी एक क्वेश्चन बनता है, अगर करंट पूछन केड़ी क्वांटिटी है तो करंट अगर ऑप्शंस दे विच देखांगे, अगर टेंसर क्वांटिटी है तो टेंसर टिक करांगे, अदरवाइज स्केलर, बट ये वैक्टर नहीं हैगी। चाहे इसकी डायरैक्शन हैगी है बट ये वैक्टर दे लॉज नू फॉलो नहीं करता, तां करके करंट एक वैक्टर क्वांटिटी नहीं हैगी। आइदर वी कैन से स्केलर और टेंसर। ऑप्शंस दे विच देखांगे, अगर टेंसर है तो टेंसर टिक करांगे, अदरवाइज स्केलर। तो ये तो वैक्टर क्वांटिटी नहीं हैगी। अपने को L डायरैक्शन हुंदी है लेंथ की भी, मैगनैटिक फील्ड की भी, तो अपने को ये दोनों की ने वैक्टर क्वांटिटीज। तो आप साइन थीटा हटा के की लगा देंगे क्रॉस प्रोडक्ट IL क्रॉस B। ये अपने को फोर्स ऑन वायर आ गया, फोर्स ऑन वायर का एक्सप्रैशन किया गया IL क्रॉस B। V क्रॉस B किस दे से, एक चार्ज के उपर, तो अपने को वायर पूरी वायर के उपर फोर्स कितना आ गया IL वैक्टर क्रॉस B वैक्टर। तो हुण L ते B दे विच अगर थीटा 0 हो जाए, मतलब वायर नू आपां मैगनैटिक फील्ड वाली डायरैक्शन दे विच ही इसी डायरैक्शन च प्लेस कर दिए, जिस डायरैक्शन च मैगनैटिक फील्ड है उसी डायरैक्शन च वायर नू प्लेस करता, तो अपने को की हो जाएगा फोर्स 0। अगर थीटा 180 होएगा मतलब मैगनैटिक फील्ड दे वायर दे विच एंगल कितना होएगा 180 डिग्री का होएगा, फिर अपने को की हो जाएगा फोर्स अगेन 0, बिकॉज साइन 180 भी 0 होंगे। बट अगर थीटा 90 होए मतलब जो अपने को लेंथ वैक्टर है तो जो अपने को मैगनैटिक फील्ड वैक्टर है, इन्हां दे विच एंगल हो गया 90 डिग्री, मीनस ये दोनों एक दूजे दे हो गए परपेंडिकुलर। वायर इस तरीके नाल प्लेस की आपां, तो उस टाइम ते इस वायर दे उपर मैक्सिमम फोर्स लगेगा वो किस दे इक्वल है ILB। मैक्सिमम फोर्स लगेगा वायर के उपर अगर परपेंडिकुलरली प्लेस करते हैं।